ਰਜਿੰਦਰਾ ਕੋਚਿੰਗ ਸੈਂਟਰ ਵਿੱਚ ਤੁਹਾਡਾ ਸਵਾਗਤ ਹੈ। ਹਾਂਜੀ ਬੱਚਿਓ, ਅੱਜ ਆਪਾਂ ਲੈ ਕੇ ਆਏ ਹੈਗੇ ਪੋਲੀਟੀਕਲ ਸਾਇੰਸ ਦਾ ਅਗਲਾ ਚੈਪਟਰ। ਪੋਲੀਟੀਕਲ ਸਾਇੰਸ ਦਾ ਆਪਣਾ 6ਵਾਂ ਚੈਪਟਰ ਚੱਲ ਰਿਹਾ ਹੈਗਾ। ਉਸਦਾ ਇੱਕ ਪਾਰਟ ਆਪਾਂ ਆਲਰੇਡੀ ਕਰ ਚੁੱਕੇ ਹਾਂ, ਜਿਹਦਾ ਨਾਮ ਹੈਗਾ ਚੈਪਟਰ ਦਾ ਨਾਮ ਹੈਗਾ ਕ੍ਰਾਈਸਿਸ ਆਫ ਦਾ ਡੈਮੋਕ੍ਰੈਟਿਕ ਆਰਡਰ। ਪਿਛਲੀ ਪਾਰਟ ਦੇ ਵਿੱਚ ਅੱਜ ਆਪਾਂ ਸੈਕਿੰਡ ਪਾਰਟ ਲੈ ਕੇ ਆਏ ਹਾਂ। ਪਿਛਲੇ ਪਾਰਟ ਦੇ ਵਿੱਚ ਆਪਾਂ ਕਰ ਚੁੱਕੇ ਹਾਂ ਕਿ ਇੰਡੀਆ ਦੇ ਵਿੱਚ 1973 ਦੇ ਵਿੱਚ ਮੌਨਸੂਨ ਫੇਲ ਹੋ ਗਿਆ। 73 ਦੇ ਵਿੱਚ ਜੁਡੀਸ਼ੀਅਰ ਦੇ ਨਾਲ ਵੀ ਕੁਝ ਉਸ ਸਮੇਂ ਦੇ ਪ੍ਰਾਈਮ ਮਿਨਿਸਟਰ ਨਾਲ ਕੁਝ ਕਨਫਲਿਕਟ ਖੜ੍ਹੇ ਹੋ ਗਏ। ਇਸ ਤੋਂ ਇਲਾਵਾ ਗੁਜਰਾਤ ਦੇ ਵਿੱਚ ਮੂਵਮੈਂਟ ਸ਼ੁਰੂ ਹੋ ਗਈ, ਸਟੂਡੈਂਟ ਨੇ ਪ੍ਰੋਟੈਸਟ ਕਰਨੇ ਸ਼ੁਰੂ ਕੀਤੇ। ਉੱਥੇ ਕਾਂਗਰਸ ਸਰਕਾਰ ਨੂੰ ਡਿੱਗਣਾ ਪਿਆ। ਉੱਥੇ ਫਰੈਸ਼ ਇਲੈਕਸ਼ਨ ਹੋਈ ਜਿਹਦੇ ਵਿੱਚ ਕਾਂਗਰਸ ਹਾਰ ਗਈ। ਇਸ ਤੋਂ ਬਾਅਦ ਬਿਹਾਰ ਦੇ ਵਿੱਚ ਮੂਵਮੈਂਟ ਚੱਲੀ, ਉੱਥੇ ਵੀ ਸਟੂਡੈਂਟ ਨੇ ਪ੍ਰੋਟੈਸਟ ਸ਼ੁਰੂ ਕੀਤੇ ਸਰਕਾਰ ਦੇ ਖਿਲਾਫ। ਕਾਂਗਰਸ ਸਰਕਾਰ ਉੱਥੇ ਸੀ ਬਿਹਾਰ ਦੇ ਵਿੱਚ, ਤਾਂ ਉੱਥੇ JP ਨਰਾਇਣ ਜੈ ਪ੍ਰਕਾਸ਼ ਨਰਾਇਣ ਨੂੰ ਸਟੂਡੈਂਟ ਨੇ ਉਹਦਾ ਨੇਤਾ ਬਣਾ ਲਿਆ ਸੀਗਾ। ਤਾਂ ਇਹ ਮੂਵਮੈਂਟ ਚੱਲ ਰਹੀਆਂ ਸੀਗੀਆਂ। ਇਸ ਤੋਂ ਬਾਅਦ ਇਹ ਮੂਵਮੈਂਟਸ ਚੱਲਦੀਆਂ ਚੱਲਦੀਆਂ ਦਿੱਲੀ ਰਾਜਧਾਨੀ ਪਹੁੰਚਣਗੀਆਂ। ਉੱਥੇ ਇੰਦਰਾ ਗਾਂਧੀ ਦਾ ਅਸਤੀਫਾ ਮੰਗਣਗੇ, ਲਗਾਤਾਰ ਪ੍ਰੈਸ਼ਰ ਪਾਉਣਗੇ ਉਹਨਾਂ 'ਤੇ। ਅਤੇ ਇਹਨਾਂ ਵਿਵਾਦਾਂ ਦੇ ਵਿੱਚ ਹੀ 1975 ਦੇ ਵਿੱਚ ਇੰਦਰਾ ਗਾਂਧੀ ਦੇ ਖਿਲਾਫ ਇੱਕ ਇਲਾਹਾਬਾਦ ਹਾਈ ਕੋਰਟ ਤੋਂ ਕੋਰਟ ਦਾ ਫੈਸਲਾ ਆਊਗਾ। ਅਤੇ ਉਸ ਤੋਂ ਬਾਅਦ ਜਿਹੜੀ 25 ਜੂਨ ਨੂੰ ਆਪਣੇ ਇੰਡੀਆ ਦੇ ਵਿੱਚ ਐਮਰਜੈਂਸੀ ਲੱਗੂਗੀ, ਨੈਸ਼ਨਲ ਐਮਰਜੈਂਸੀ। ਅਤੇ ਆਪਾਂ ਅੱਜ ਕਰਾਂਗੇ ਬੱਚਿਓ, ਇੱਥੋਂ ਤੱਕ ਆਪਾਂ ਕਰ ਚੁੱਕੇ ਹੈਗੇ। ਅੱਗੇ ਵਧਾਉਣੇ ਹੈ ਤਾਂ ਜਿਹੜਾ ਆਪਣਾ ਪਹਿਲਾ ਟੌਪਿਕ ਹੈਗਾ ਕਨਫਲਿਕਟ ਵਿਦ ਜੁਡੀਸ਼ਰੀ। ਹਾਂਜੀ, ਇੰਦਰਾ ਗਾਂਧੀ ਦੇ ਸਮੇਂ ਕੁਝ ਵਿਵਾਦ ਜਿਹੜੇ ਜੁਡੀਸ਼ਰੀ ਨਾਲ ਖੜ੍ਹੇ ਹੋਏ ਸੀ। ਦੇਖੋ ਬੱਚੇ, ਵੈਸੇ ਨਾ ਜਿਹੜਾ ਜੁਡੀਸ਼ਰੀ ਜਿਹੜੀ ਨਿਆਂਪਾਲਕ ਹੈ, ਉਹਦਾ ਸੁਤੰਤਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਡੈਮੋਕ੍ਰੇਸੀ ਦੇ ਵਿੱਚ। ਦੇਖੋ, ਕਿਸੇ ਵੀ ਸਰਕਾਰ ਦੇ 3 ਔਰਗਨ ਹੁੰਦੇ ਨੇਗੇ। ਇੱਕ ਹੁੰਦਾ ਹੈਗਾ ਵਿਧਾਨ ਪਾਲਿਕਾ, ਜਿਹਨੂੰ ਕਹਿੰਦੇ ਹੈਗੇ ਲੈਜਿਸਲੇਚਰ। ਦੂਜਾ ਹੁੰਦਾ ਹੈ ਕਾਰਜਪਾਲਿਕਾ, ਜਿਹਨੂੰ ਕਹਿੰਦੇ ਐਗਜ਼ੀਕਿਊਟਿਵ। ਤੀਜਾ ਹੁੰਦਾ ਜੁਡੀਸ਼ਰੀ, ਜਿਹਨੂੰ ਕਹਿੰਦੇ ਨਿਆਂਪਾਲਿਕਾ। ਹਾਂਜੀ, ਕਿਉਂਕਿ ਆਪਣੇ ਇੰਡੀਆ ਦੇ ਵਿੱਚ ਥੋੜ੍ਹਾ ਸਮਝਣ ਦੀ ਕੋਸ਼ਿਸ਼ ਕਰੋ, ਮੈਂ ਸਮਝਾਉਣ ਦੀ ਕੋਸ਼ਿਸ਼ ਕਰਦਾ ਇੱਥੇ। ਮੰਨ ਲਓ ਆਪਣੀ ਗੌਰਮੈਂਟ ਹੈ। ਗੌਰਮੈਂਟ ਦੇ ਤਿੰਨ ਔਰਗਨ ਹੈਗੇ। ਇੱਕ ਹੈਗਾ ਲੈਜਿਸਲੇਚਰ, ਇੱਕ ਹੈਗਾ ਐਗਜ਼ੀਕਿਊਟਿਵ, ਇੱਕ ਹੈਗਾ ਜੁਡੀਸ਼ਰੀ। ਜਿਹੜੀ ਲੈਜਿਸਲੇਚਰ ਹੁੰਦੀ ਹੈ, ਇੱਥੇ ਆਪਣੀ ਪਾਰਲੀਮੈਂਟ ਹੈਗੀ। ਪਾਰਲੀਮੈਂਟ ਦੇ ਆਪਣੇ 2 ਸਦਨ ਹੈਗੇ। ਉੱਪਰਲਾ ਹੈਗਾ ਰਾਜ ਸਭਾ, ਹੇਠਲਾ ਹੈਗਾ ਲੋਕ ਸਭਾ। ਇਹਦੇ ਵਿੱਚੋਂ ਨਿਕਲ ਕੇ ਜਾਂਦੀ ਹੈ COM, ਕਾਊਂਸਲ ਆਫ ਮਿਨਿਸਟਰ, ਮੰਤਰੀ ਪਰਿਸ਼ਦ। ਜਿਹੜੀ ਪਾਰਟੀ ਕੋਲ ਲੋਕ ਸਭਾ ਦੇ ਵਿੱਚ ਮੈਜੋਰਟੀ ਹੁੰਦੀ ਹੈ, ਉਹ ਪਾਰਟੀ ਨੂੰ ਸਰਕਾਰ ਬਣਾਉਣ ਦਾ ਮੌਕਾ ਮਿਲਦਾ ਗਾ। ਤਾਂ ਉਹ ਆਪਣੇ ਮੰਤਰੀ ਅਤੇ ਪ੍ਰਧਾਨ ਮੰਤਰੀ ਬਣਾਉਣਗੇ। COM ਨੂੰ ਹੈੱਡ ਕਰਦਾ PM। PM ਦੇ ਉੱਪਰ ਨਾਮ ਦਾ ਹੈੱਡ ਹੁੰਦਾ ਗਾ ਪ੍ਰੈਜ਼ੀਡੈਂਟ। ਹਾਂਜੀ, ਇਹ ਹੁੰਦੇ ਐਗਜ਼ੀਕਿਊਟਿਵ 'ਚ। ਇਹਨਾਂ ਨੇ ਕਾਨੂੰਨ ਨੂੰ ਬਣਾਉਣਾ ਗਾ, ਇਹਨਾਂ ਨੇ ਕਾਨੂੰਨਾਂ ਦੀ ਪਾਲਣਾ ਕਰਾਉਣੀ ਹੈ, ਕਾਨੂੰਨਾਂ ਨੂੰ ਲਾਗੂ ਕਰਵਾਉਣਾ ਗਾ। ਇਹ ਐਗਜ਼ੀਕਿਊਟਿਵ 'ਚ ਹੈ। ਇੱਧਰ ਹੈਗੀ ਹੈ ਜੁਡੀਸ਼ਰੀ, ਇੱਧਰ ਕੋਰਟ ਹੈਗੀ। ਹਾਂਜੀ, ਡੈਮੋਕ੍ਰੇਸੀ ਦੇ ਵਿੱਚ ਜੁਡੀਸ਼ਰੀ ਦਾ ਕਾਰਜਪਾਲਿਕਾ ਤੋਂ ਵੱਖ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਜੇ ਕਾਰਜਪਾਲਿਕਾ ਦਾ ਜੁਡੀਸ਼ਰੀ 'ਤੇ ਕੋਈ ਪ੍ਰਭਾਵ ਹੋਊਗਾ ਤਾਂ ਜਿਹੜਾ ਸੁਤੰਤਰ ਨਿਆਂ ਨਹੀਂ ਹੋ ਸਕਦਾ, ਵੀ ਇੰਡੀਪੈਂਡੈਂਟ ਜਸਟਿਸ ਨਹੀਂ ਹੋ ਸਕਦਾ। ਤਾਂ ਜਿਵੇਂ ਫੋਰ ਐਗਜ਼ਾਮਪਲ, ਜਿਵੇਂ ਮੰਨ ਲਓ ਕਿਸੇ ਵੀ ਮੰਤਰੀ ਦੇ ਉੱਤੇ ਕੋਈ ਕ੍ਰਿਮੀਨਲ ਚਾਰਜ ਲੱਗਿਆ ਹੋਇਆ ਹੈਗਾ, ਕ੍ਰਿਮੀਨਲ ਕੇਸ ਚੱਲਦਾ ਗਾ। ਜੇ ਇਹਨਾਂ ਮੰਤਰੀਆਂ ਦਾ ਸੁਪਰੀਮ ਕੋਰਟ ਦੇ ਜੱਜਾਂ ਨੂੰ ਚੁਣਨ ਦੇ ਵਿੱਚ ਕੋਈ ਯੋਗਦਾਨ ਹੋਊਗਾ ਤਾਂ ਉਹਦਾ ਪੱਖ ਕਰ ਸਕਦੇ ਹੈਗੇ। ਸੁਪਰੀਮ ਕੋਰਟ ਦੇ ਜੱਜ ਉਸ ਮਿਨਿਸਟਰ ਦਾ ਜਾਂ ਉਸ ਸਾਰੀ ਸਰਕਾਰ ਦਾ ਪੱਖ ਕਰ ਸਕਦੇ ਹੈ, ਉਹਨਾਂ ਦੇ ਉਹ ਖਿਲਾਫ ਨਹੀਂ ਜਾਣਗੇ। ਤਾਂ ਉੱਥੇ ਨਿਆਂ 'ਚ ਪੱਖਪਾਤ ਹੋ ਸਕਦਾ, ਸੁਤੰਤਰ ਨਿਆਂ ਨਹੀਂ ਹੋਣਾ। ਇਸ ਕਰਕੇ ਇਹਨਾਂ ਦੀ ਚੋਣ ਦੇ ਵਿੱਚ, ਇਹਨਾਂ ਨੂੰ ਤਨਖਾਹਾਂ ਦੇਣ ਦੇ ਵਿੱਚ, ਇਹਨਾਂ ਤਨਖਾਹਾਂ ਵਧਾਉਣ ਦੇ ਵਿੱਚ, ਘਟਾਉਣ ਦੇ ਵਿੱਚ, ਇਹਨਾਂ ਨੂੰ ਹਟਾਉਣ ਦੇ ਵਿੱਚ ਐਗਜ਼ੀਕਿਊਟਿਵ ਦਾ ਕੋਈ ਰੋਲ ਨਹੀਂ ਹੁੰਦਾ ਹੈਗਾ। ਠੀਕ ਹੈ ਜੀ। ਨਿਆਂਪਾਲਕ ਦਾ ਸੁਤੰਤਰ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਐਗਜ਼ੀਕਿਊਟਿਵ ਤੋਂ ਸੁਤੰਤਰ ਹੋਣਾ ਜ਼ਰੂਰੀ ਹੈ ਲੋਕਤੰਤਰ ਦੇ ਵਿੱਚ। ਬਟ 1973-74 ਦੇ ਵਿੱਚ ਕੁਝ ਇਹੋ ਜਿਹੀਆਂ ਘਟਨਾਵਾਂ ਹੋਈਆਂ ਜਿਹਦੇ ਵਿੱਚ ਜਿਹੜੀ ਜੁਡੀਸ਼ਰੀ ਹੈ ਉਹਨੇ ਕਾਰਜਪਾਲਿਕਾ ਦੇ ਨਾਲ ਕੁਝ ਵਿਵਾਦ ਛੇੜ ਲਏ। ਤਾਂ ਉਹ ਕਿਹੜੇ ਵਿਵਾਦ ਆ ਆਪਾਂ ਦੇਖਦੇ ਹੈਗੇ। ਹਾਂਜੀ, ਕਨਫਲਿਕਟ ਵਿਦ ਜੁਡੀਸ਼ਰੀ ਦੇ ਨਾਲ ਕੀ ਵਿਵਾਦ ਖੜ੍ਹੇ ਹੋਏ। ਪਹਿਲਾ ਪੁਆਇੰਟ ਆ ਵੀ ਗੌਰਮੈਂਟ ਹੈਡ ਮੈਨੀ ਡਿਫਰੈਂਸਿਸ ਵਿਦ ਦਾ ਜੁਡੀਸ਼ਰੀ। ਸਰਕਾਰ ਦੇ ਕਾਫੀ ਡਿਫਰੈਂਸਿਸ ਪੈਦਾ ਹੋ ਗਏ ਵੀ ਜੁਡੀਸ਼ਰੀ ਦੇ ਨਾਲ। ਐਜ਼ ਵੀ ਰੀਡ ਅਬਾਊਟ ਦਾ ਕੇਸ਼ਵ ਨੰਦ ਭਾਰਤੀ ਕੇਸ 3 constitutional issue ਹੈਡ emerged। ਜਿਵੇਂ ਕਿ ਆਪਾਂ ਕੇਸ਼ਵ ਨੰਦ ਭਾਰਤੀ ਕੇਸ ਪੜ੍ਹਿਆ ਗਾ, ਇਹ ਬੱਚੇ ਤੁਹਾਨੂੰ ਮੈਂ ਬਾਅਦ 'ਚ ਸਮਝਾ ਦੂੰਗਾ। ਕੇਸ਼ਵ ਨੰਦ ਭਾਰਤੀ ਕੇਸ ਆਪਾਂ ਇੱਕ ਹੋਰ ਵੀਡੀਓ ਲਿਆਵਾਂਗੇ ਇਹਦੇ 'ਤੇ, ਉਹਦੇ 'ਚ ਮੈਂ ਸਮਝਾ ਦੂੰਗਾ ਤੁਹਾਨੂੰ। ਵੈਸੇ ਕੇਸ਼ਵ ਨੰਦ ਭਾਰਤੀ ਕੇਸ 1973 ਦੇ ਵਿੱਚ ਆਇਆ ਸੀਗਾ, ਅਤੇ ਕੇਸ਼ਵ ਨੰਦ ਭਾਰਤੀ ਕੇਸ ਦਾ ਫੈਸਲਾ ਬਹੁਤ ਵੱਡੀ ਬੈਂਚ ਨੇ 13 ਜੱਜਾਂ ਦੀ ਬੈਂਚ ਨੇ ਦਿੱਤਾ ਸੀ। 7 ਜੱਜ ਜਿਹੜੇ ਇਹਨਾਂ ਦੇ ਹੱਕ ਦੇ ਵਿੱਚ ਆਏ ਸੀਗੇ। ਅਤੇ ਇੱਥੋਂ ਇੱਕ ਨਵਾਂ ਪ੍ਰਿੰਸੀਪਲ ਨਿਕਲ ਕੇ ਆਇਆ ਸੀਗਾ ਬੇਸਿਕ ਸਟਰਕਚਰ ਦਾ, ਬੇਸਿਕ ਫੀਚਰ ਦਾ ਇੱਕ ਨਵਾਂ ਪ੍ਰਿੰਸੀਪਲ ਨਿਕਲ ਕੇ ਆਇਆ ਸੀ। ਬੇਸਿਕ ਫੀਚਰ ਦੇ ਖਿਲਾਫ ਕੋਈ ਵੀ
ਅਮੈਂਡਮੈਂਟ ਨਹੀਂ ਹੋਣੀ ਚਾਹੀਦੀ। ਜੇ ਉਹ ਸੰਵਿਧਾਨ ਦੀ ਬੇਸਿਕ ਫੀਚਰ ਦੇ ਖਿਲਾਫ ਹੈ ਤਾਂ ਉਹਨੂੰ ਨਲ ਐਂਡ ਵੋਇਡ ਸਮਝਿਆ ਜਾਊਗਾ। ਇੰਨਾ ਕੁ ਸਮਝ ਲਓ ਬੱਚੋ। ਹਾਂਜੀ। ਤਾਂ ਇਹਦੇ ਨਾਲ ਨਾ 3 ਕੌਂਸਟੀਟਿਊਸ਼ਨ ਇਸ਼ੂ ਜਿਹੜੇ ਉਹ ਮਰਜ ਹੋ ਗਏ। ਪਹਿਲਾ ਕਿਹੜਾ ਸੀਗਾ, ਕੈਨ ਦਾ ਪਾਰਲੀਮੈਂਟ ਐਵਰੇਜ ਫੰਡਾਮੈਂਟ ਰਾਈਟਸ, ਕੀ ਜਿਹੜੀ ਪਾਰਲੀਮੈਂਟ ਹੈ ਉਹ ਫੰਡਾਮੈਂਟ ਰਾਈਟ ਨੂੰ ਘੱਟ ਕਰ ਸਕਦੀ ਹੈਗੀ, ਐਵਰੇਜ ਕਰ ਸਕਦੀ ਹੈਗੀ। ਦੂਜਾ ਸੀਗਾ, ਕੈਨ ਦਾ ਕੈਨ ਦਾ ਪਾਰਲੀਮੈਂਟ ਰਿਡਿਊਸ ਦਾ ਰਾਈਟ ਟੂ ਪ੍ਰੋਪਰਟੀ ਬਾਏ ਮੇਕਿੰਗ ਐਨ ਅਮੈਂਡਮੈਂਟ, ਕੀ ਪਾਰਲੀਮੈਂਟ ਆਪਣੇ ਪ੍ਰੋਪਰਟੀ ਦੇ ਅਧਿਕਾਰ ਨੂੰ, ਜਿਹੜਾ ਕਿ ਉਸ ਸਮੇਂ ਫੰਡਾਮੈਂਟ ਰਾਈਟ ਸੀਗਾ, ਬਾਅਦ 'ਚ ਖਤਮ ਕਰ ਦਿੱਤਾ ਗਿਆ 1978 'ਚ, ਕੀ ਇਸਨੂੰ ਅਮੈਂਡਮੈਂਟ ਬਣਾ ਕੇ ਘੱਟ ਕਰ ਸਕਦੀ ਹੈ। ਵੀ ਕੀ ਪਾਰਲੀਮੈਂਟ ਰਾਈਟ ਟੂ ਪ੍ਰੋਪਰਟੀ, ਜਿਹੜਾ ਸੰਪਤੀ ਰੱਖਣ ਦਾ ਅਧਿਕਾਰ ਹੈਗਾ, ਉਹਨੂੰ ਅਮੈਂਡਮੈਂਟ ਬਣਾ ਕੇ ਸੋਧ ਕਰਕੇ ਘੱਟ ਕਰ ਸਕਦੀ ਹੈ। ਇਹ ਦੂਜਾ ਇਸ਼ੂ ਸੀਗਾ। ਤੀਜਾ, ਦਾ ਪਾਰਲੀਮੈਂਟ ਅਮੈਂਡਸ ਦਾ ਕੌਂਸਟੀਟਿਊਸ਼ਨ ਸੇਇੰਗ ਦੈਟ ਇਟ ਕੈਨ ਰਿਡਿਊਸ ਦਾ ਫੰਡਾਮੈਂਟ ਰਾਈਟਸ ਫਾਰ ਗਿਵਿੰਗ ਅਫੈਕਟ ਟੂ ਦਾ ਡਾਇਰੈਕਟਿਵ ਪ੍ਰਿੰਸੀਪਲ, ਵੀ ਜੇ ਪਾਰਲੀਮੈਂਟ ਕੋਈ ਅਮੈਂਡ ਕਰਦੀ ਹੈ ਕੌਂਸਟੀਟਿਊਸ਼ਨ ਦੇ ਵਿੱਚ, ਤਾਂ ਜੇਕਰ ਫੰਡਾਮੈਂਟ ਰਾਈਟ ਨੂੰ ਰਿਡਿਊਸ ਕਰਤਾ ਤਾਂ ਕੀ ਉਹਦਾ ਡਾਇਰੈਕਟਿਵ ਪ੍ਰਿੰਸੀਪਲ 'ਤੇ ਕੋਈ ਪ੍ਰਭਾਵ ਪਊਗਾ। ਇਹ 3 ਇਸ਼ੂ ਸੀਗੇ ਵੀ। ਦੇਖੋ ਬੱਚੇ, ਆਪਣੇ ਫੰਡਾਮੈਂਟ ਰਾਈਟ ਆ ਜਿਹੜੇ ਅੱਜ ਕੱਲ੍ਹ 6 ਹੈਗੇ, ਇਹ ਸੰਵਿਧਾਨ ਦੇ ਤੀਜੇ ਭਾਗ ਦੇ ਵਿੱਚ ਹੈਗੇ। ਅਤੇ ਜਿਹੜੇ ਆਪਣੇ ਡਾਇਰੈਕਟਿਵ ਪ੍ਰਿੰਸੀਪਲ ਆਫ ਸਟੇਟ ਪਾਲਿਸੀ ਹੈ, ਇਹ ਚੌਥੇ ਭਾਗ ਦੇ ਵਿੱਚ ਹੈਗੇ। ਇਹ ਆਰਟੀਕਲ 36 ਤੋਂ ਲੈ ਕੇ 51 ਤੱਕ ਹੈਗੇ। ਠੀਕ ਹੈ ਜੀ। ਡਾਇਰੈਕਟਿਵ ਪ੍ਰਿੰਸੀਪਲ ਅਲੱਗ ਹੁੰਦੇ ਹੈਗੇ ਅਤੇ ਫੰਡਾਮੈਂਟ ਰਾਈਟ ਅਲੱਗ ਹੁੰਦੇ ਹੈਗੇ। ਫੰਡਾਮੈਂਟ ਰਾਈਟ ਜੇ ਆਪਾਂ ਨੂੰ ਨਹੀਂ ਮਿਲਦੇ ਤਾਂ ਆਪਾਂ ਸਿੱਧੇ ਸੁਪਰੀਮ ਕੋਰਟ ਜਾ ਸਕਦੇ ਹਾਂ ਆਰਟੀਕਲ 32 ਤਹਿਤ, ਅਤੇ ਹਾਈ ਕੋਰਟ ਜਾ ਸਕਦੇ ਹਾਂ ਆਰਟੀਕਲ 226 ਤਹਿਤ। ਆਪਣੇ ਫੰਡਾਮੈਂਟ ਰਾਈਟ ਨੂੰ ਕੋਈ ਵੀ ਉਹਦਾ ਉਲੰਘਣ ਨਹੀਂ ਕਰ ਸਕਦਾ, ਉਹਨੂੰ ਕੋਈ ਐਬੋਲਿਸ਼ ਨਹੀਂ ਕਰ ਸਕਦਾ। ਹਾਂਜੀ। ਬਟ ਜੇ ਡਾਇਰੈਕਟਿਵ ਪ੍ਰਿੰਸੀਪਲ ਜੇ ਆਪਾਂ ਨੂੰ ਨਹੀਂ ਮਿਲਦੇ ਤਾਂ ਆਪਾਂ ਕਿਤੇ ਨਹੀਂ ਜਾ ਸਕਦੇ। ਹਾਂਜੀ। ਅੱਗੇ ਹੈ ਵੀ, ਵਾਟ ਦਾ ਸੁਪਰੀਮ ਕੋਰਟ ਰਿਜੈਕਟਡ ਦਿਸ ਪ੍ਰੋਵੀਜ਼ਨ ਆਲਸੋ ਐਂਡ ਸੈਡ ਦਾ ਪਾਰਲੀਮੈਂਟ ਕੈਨ ਨਾਟ ਅਮੈਂਡ ਦੀਜ਼ ਫੀਚਰਸ। ਬਟ ਸੁਪਰੀਮ ਕੋਰਟ ਨੇ ਨਾ ਇਹਨਾਂ ਤਿੰਨਾਂ ਨੂੰ ਰਿਜੈਕਟ ਕਰਤਾ ਕਿ ਪਾਰਲੀਮੈਂਟ ਹੈ ਜਿਹੜੀ ਉਹ ਇਹਨਾਂ ਦੇ ਵਿੱਚ ਕੋਈ ਵੀ ਸੋਧ ਨਹੀਂ ਕਰ ਸਕਦੀ, ਇਹਨਾਂ ਫੀਚਰਾਂ ਦੇ ਵਿੱਚ ਕੋਈ ਸੋਧ ਨਹੀਂ ਕਰ ਸਕਦੀ। ਠੀਕ ਹੈ ਜੀ। ਅੱਗੇ ਵੀ, ਇਟਸ ਰੂਲ ਟੂ ਅਪੋਇੰਟ ਦਾ ਸੀਨੀਅਰ ਮੋਸਟ ਜੱਜ ਆਫ ਦਾ ਸੁਪਰੀਮ ਕੋਰਟ ਐਜ ਦਾ ਚੀਫ ਜਸਟਿਸ ਆਫ ਇੰਡੀਆ। ਮੇਨ ਕੰਟਰੋਵਰਸੀ ਆਹ ਵਾਲੀ ਸੀਗੀ ਵੀ। ਦੇਖੋ, ਮੈਂ ਤੁਹਾਨੂੰ ਪਹਿਲਾਂ ਸਮਝਾ ਕੇ ਹਟਿਆ ਕਿ ਜੁਡੀਸ਼ਰੀ ਦੇ ਵਿੱਚ ਐਗਜ਼ੀਕਿਊਟਿਵ ਕੋਈ ਇੰਟਰਫੇਅਰ ਨਹੀਂ ਕਰ ਸਕਦੀ। ਤਾਂ ਉਹਨਾਂ ਦੀ ਅਪੋਇੰਟਮੈਂਟ ਦੇ ਵਿੱਚ ਵੀ PM ਦਾ ਜਾਂ ਹੋਰ ਕਿਸੇ ਮਿਨਿਸਟਰ ਦਾ ਕੋਈ ਰੋਲ ਨਹੀਂ ਹੁੰਦਾ ਹੈਗਾ। ਉਹਨਾਂ ਦੀ ਜਿਹੜੀ ਨਿਯੁਕਤੀ ਕੀਤੀ ਜਾਂਦੀ ਹੈ ਉਹ ਕੋਲੀਜੀਅਮ ਸਿਸਟਮ ਰਾਹੀਂ ਕੀਤੀ ਜਾਂਦੀ ਹੈ। ਕੋਲੀਜੀਅਮ ਇੱਕ 5 ਸੀਨੀਅਰ ਮੋਸਟ ਜੱਜਾਂ ਦੀ ਬੈਂਚ ਨੂੰ ਬੋਲਦੇ ਹੈਗੇ, ਅਤੇ ਉਹਨਾਂ ਦੀ ਨਿਯੁਕਤੀ ਕਰਦੇ ਹੈਗੇ ਰਾਸ਼ਟਰਪਤੀ। ਠੀਕ ਹੈ ਜੀ। ਅਤੇ ਉਹਨਾਂ ਦੀ ਜਿਹੜੀ ਤਨਖਾਹ ਮਿਲਦੀ ਹੁੰਦੀ ਹੈ ਸਿੱਧੀ ਕੰਸੋਲੀਡੇਟਡ ਫੰਡ ਆਫ ਇੰਡੀਆ 'ਚੋਂ ਨਿਕਲਦੀ ਹੁੰਦੀ ਹੈਗੀ। ਓਕੇ ਜੀ। ਉਹਨਾਂ ਦੀ ਬਦਲੀ ਦੇ ਵਿੱਚ, ਉਹਨਾਂ ਨੂੰ ਤਰੱਕੀ ਦੇਣ ਦੇ ਵਿੱਚ, ਹਾਈ ਕੋਰਟ ਤੋਂ ਸੁਪਰੀਮ ਕੋਰਟ 'ਚ ਲਿਆਉਣ ਦੇ ਵਿੱਚ, ਇਹ ਸਾਰਾ ਜਿਹੜਾ ਕੰਮ ਹੁੰਦਾ ਉਹ ਪ੍ਰੈਜ਼ੀਡੈਂਟ ਦੇ ਹੱਥ 'ਚ ਹੁੰਦਾ ਗਾ। ਠੀਕ ਹੈ ਜੀ। ਇਹ ਹੁੰਦਾ ਗਾ। ਬਟ ਇੱਥੇ ਕੀ ਹੋਇਆ, ਜਿਹੜਾ ਸੀਨੀਅਰ ਮੋਸਟ ਜੱਜ ਹੁੰਦਾ ਨਾ ਉਹਨੂੰ ਸੁਪਰੀਮ ਕੋਰਟ ਦਾ ਮੁੱਖ ਜੱਜ ਲਾਇਆ ਜਾਂਦਾ ਹੁੰਦਾ ਗਾ। ਬਟ ਇੰਦਰਾ ਗਾਂਧੀ ਸਮੇਂ ਕੀ ਹੋਇਆ, ਜਿਹੜਾ ਤੀਜੇ ਨੰਬਰ 'ਤੇ ਸੀਨੀਅਰ ਮੋਸਟ ਜੱਜ ਸੀਗਾ ਐਸ ਐਨ ਰੋਏ, ਉਹਨਾਂ ਨੂੰ ਸੀਨੀਅਰ ਮੋਸਟ ਜੱਜ ਲਾ ਦਿੱਤਾ ਗਿਆ, ਉਹਨਾਂ ਨੂੰ CJI ਲਾ ਦਿੱਤਾ ਗਿਆ। ਅਤੇ ਇੱਥੇ ਬਹੁਤ ਵੱਡੀ ਕੰਟਰੋਵਰਸੀ ਖੜੀ ਹੋਊਗੀ ਕਿ ਜਿਹੜਾ ਐਗਜ਼ੀਕਿਊਟਿਵ ਹੈ ਉਹਨੇ ਜੁਡੀਸ਼ਰੀ ਦੇ ਵਿੱਚ ਇੰਟਰਫੇਅਰ ਕੀਤਾ ਗਾ। ਹਾਂਜੀ। ਇਹ ਲੋਕਤੰਤਰ 'ਤੇ ਬਹੁਤ ਵੱਡਾ ਸਵਾਲ ਖੜ੍ਹਾ ਹੋ ਗਿਆ। ਦੁਬਾਰਾ ਪੜ੍ਹਦੇ ਹਾਂ ਲਾਈਨ ਆਪਾਂ ਇਹ ਰੂਲ ਸੀਗਾ ਟੂ ਅਪੋਇੰਟ ਦਾ ਸੀਨੀਅਰ ਮੋਸਟ ਜੱਜ ਆਫ ਦਾ ਸੁਪਰੀਮ ਕੋਰਟ ਐਜ ਦਾ ਚੀਫ ਜਸਟਿਸ ਆਫ ਇੰਡੀਆ। ਜਿਹੜਾ ਸੀਨੀਅਰ ਮੋਸਟ ਜੱਜ ਹੁੰਦਾ ਨਾ ਸੁਪਰੀਮ ਕੋਰਟ ਦੇ ਵਿੱਚ, ਉਸੇ ਨੂੰ ਚੀਫ ਜਸਟਿਸ ਆਫ ਇੰਡੀਆ ਲਾਇਆ ਜਾਂਦਾ ਗਾ। ਬਟ in 1973 ਦਾ ਗਵਰਨਮੈਂਟ ਡਿਡ ਨਾਟ ਸਿਲੈਕਟ ਫਰੋਮ 3 ਸੀਨੀਅਰ ਮੋਸਟ ਜੱਜ ਆਫ ਦਾ ਸੁਪਰੀਮ ਕੋਰਟ ਐਂਡ ਅਪੋਇੰਟ ਜਸਟਿਸ AN ਰੋਏ ਐਜ ਦਾ CJI। ਪਰ 1973 ਦੇ ਵਿੱਚ ਸਰਕਾਰ ਨੇ 3 ਸੀਨੀਅਰ ਮੋਸਟ ਜੱਜਾਂ ਨੂੰ ਰਿਜੈਕਟ ਕਰਦੇ ਹੋਏ AN ਰੋਏ ਨੂੰ ਅਪੋਇੰਟ ਕੀਤਾ ਚੀਫ ਜਸਟਿਸ ਆਫ ਇੰਡੀਆ। ਅਤੇ ਇਹਦੇ ਵਿੱਚ ਕੀ ਹੈਗਾ, AN ਰੋਏ ਨੂੰ ਸਰਕਾਰ ਨੇ ਸਿਲੈਕਟ ਕੀਤਾ, ਇਹਦਾ ਮਤਲਬ ਉਹਨਾਂ ਨੇ ਜੁਡੀਸ਼ਰੀ 'ਚ ਇੰਟਰਫੇਅਰ ਕੀਤਾ, ਅਤੇ ਜਿਹੜਾ ਰੂਲ ਸੀਗਾ ਸੀਨੀਅਰ ਜੱਜ ਨੂੰ ਲਾਉਣ ਦਾ ਉਹਨੂੰ ਵੀ ਬਾਈਪਾਸ ਕਰਤਾ ਉਹਨਾਂ ਨੇ। ਹਾਂਜੀ। ਤਾਂ ਅਪੋਇੰਟਮੈਂਟ ਬਿਕੇਮ ਪੋਲੀਟੀਕਲੀ ਕੰਟਰੋਵਰਸੀਅਲ। ਅਤੇ ਇਹ ਜਿਹੜੀ ਅਪੋਇੰਟਮੈਂਟ ਸੀ, ਨਿਯੁਕਤੀ ਸੀਗੀ, ਇਹ ਰਾਜਨੀਤਿਕ ਤੌਰ 'ਤੇ ਵਿਵਾਦਾਂ ਭਰਪੂਰ ਸੀਗੀ। ਠੀਕ ਹੈ ਬੱਚਿਓ, ਸਮਝ ਗਏ। ਤਾਂ ਇਹਦੇ ਨਾਲ ਕੀ ਹੈਗਾ, ਲੋਕਤੰਤਰ ਨੂੰ ਬਹੁਤ ਭਾਰੀ ਸੱਟ ਵੱਜੀ ਹੈਗੀ। ਇਹਦੇ ਵਿੱਚ ਜੁਡੀਸ਼ਰੀ ਨੂੰ ਖਤਰਾ ਪੈਦਾ ਹੋਇਆ, ਤਾਂ ਹੋ ਸਕਦਾ ਨਿਆਂ ਵੀ ਪ੍ਰਭਾਵਿਤ ਹੋਇਆ ਹੋਵੇ ਉਸ ਤੋਂ ਬਾਅਦ। ਠੀਕ ਹੈ ਜੀ। ਇਹ ਬਹੁਤ ਵੱਡਾ ਵਿਵਾਦ ਸੀਗਾ ਵੀ, ਇਹ ਤੁਹਾਨੂੰ ਸਮਝ ਆ ਗਿਆ ਹੋਊਗਾ। ਅੱਗੇ ਹੈ ਵੀ ਡਿਕਲੇਰੇਸ਼ਨ ਆਫ ਦਾ ਐਮਰਜੈਂਸੀ। ਹੁਣ ਬੱਚਿਓ ਮੈਂ ਮੋਟਾ ਪਹਿਲਾਂ ਤੁਹਾਨੂੰ ਸਮਝਾਉਣਾ ਗਾ, ਫਿਰ ਆਪਾਂ ਇਹ ਪੜ੍ਹਾਂਗੇ ਵੀ ਐਮਰਜੈਂਸੀ ਨੂੰ ਲੱਗਣ ਦੇ ਕੀ ਕਾਰਨ ਸੀਗੇ। ਦੇਖੋ ਬੱਚਿਓ, ਇੱਕ ਤਾਂ ਆਪਾਂ ਸ਼ੁਰੂ 'ਚ ਪੜ੍ਹ ਕੇ ਆਏ ਹੈਗੇ ਕਿ ਬਿਹਾਰ ਦੇ ਵਿੱਚ ਕੁਝ ਮੂਵਮੈਂਟ ਸ਼ੁਰੂ ਹੋ ਗਈਆਂ, ਗੁਜਰਾਤ ਦੇ ਵਿੱਚ ਕੁਝ ਮੂਵਮੈਂਟ ਸ਼ੁਰੂ ਹੋ ਗਈਆਂ, ਸਟੂਡੈਂਟ ਨੇ ਪ੍ਰੋਟੈਸਟ ਕਰਨੇ ਸ਼ੁਰੂ ਕੀਤੇ ਸੀ, ਮਹਿੰਗਾਈ ਹੋ ਗਈ ਸੀ। ਇੱਕ 1972-73 ਦੇ ਵਿੱਚ ਵੀ ਜਿਹੜਾ ਗਾ ਮਾਨਸੂਨ ਫੇਲ ਹੋ ਗਿਆ। ਇੰਡੀਆ ਦੇ ਵਿੱਚ ਅੱਜ ਵੀ ਆਪਾਂ ਮਾਨਸੂਨ 'ਤੇ ਡਿਪੈਂਡ ਹੈ ਵੀ ਬਹੁਤ ਸਾਰਾ ਜਿਹੜਾ ਭਾਰਤ ਦੇ ਵਿੱਚ ਖੇਤੀਬਾੜੀ ਦਾ ਖੇਤਰ ਹੈਗਾ
ਉਹ ਵਰਖਾ 'ਤੇ ਨਿਰਭਰ ਹੈਗਾ। ਜੇ ਵਰਖਾ ਚੰਗੀ ਹੋ ਜਾਂਦੀ ਤਾਂ ਫਸਲਾਂ ਚੰਗੀਆਂ ਹੋ ਜਾਂਦੀਆਂ ਵੀ ਅਤੇ ਆਪਣੀ ਜਿਹੜੀ ਇਕੋਨਮੀ ਆ ਉਹ ਅੱਗੇ ਵੱਧਦੀ ਹੈਗੀ। ਜੇ ਵਰਖਾ ਘੱਟ ਹੁੰਦੀ ਹੈ ਤਾਂ ਆਪਣੀਆਂ ਫਸਲਾਂ ਬਰਬਾਦ ਹੋ ਜਾਂਦੀਆਂ ਨੇ, ਘੱਟ ਹੁੰਦੀਆਂ ਨੇ ਫਸਲਾਂ, ਜਿਹਦੇ ਨਾਲ ਜਿਹੜਾ ਕਿਸਾਨ ਬਰਬਾਦ ਹੋ ਜਾਂਦਾ ਗਾ ਅਤੇ ਜਿਹੜੇ ਆਪਣੇ ਹੋਰ ਵੀ ਬਹੁਤ ਸਾਰੇ ਜਿੱਥੋਂ ਉਹਨਾਂ ਨੂੰ ਕੱਚਾ ਮਾਲ ਮਿਲਣਾ ਗਾ, ਉਹ ਇੰਡਸਟਰੀ ਵੀ ਪ੍ਰਭਾਵਿਤ ਹੁੰਦੀ ਹੈਗੀ। ਤਾਂ ਸਾਰੇ ਦੇਸ਼ ਦੀ ਜਿਹੜੀ ਇਕੋਨਮੀ ਆ ਉਹ ਡਿਕਲਾਈਨ ਹੋ ਜਾਂਦੀ ਹੈਗੀ। ਤਾਂ 73-74 ਦੇ ਵਿੱਚ ਵਰਖਾ ਬਹੁਤ ਘੱਟ ਹੋਈ ਵੀ, ਜਿਹਦੇ ਕਰਕੇ ਜਿਹੜੀ ਆਪਣੀ ਐਗਰੀਕਲਚਰ ਪ੍ਰੋਡਕਸ਼ਨ ਆ ਉਹ ਘੱਟ ਗਈ, ਇੰਡਸਟਰੀ ਦੀ ਪ੍ਰੋਡਕਸ਼ਨ ਉਹ ਘੱਟ ਗਈ, ਗੌਰਮੈਂਟ ਇੰਪਲੋਈ ਦੀ ਸੈਲਰੀ ਆ ਜਿਹੜੀ ਉਹ ਰਿਡਿਊਸ ਕਰ ਦਿੱਤੀ ਗਈ ਜਾਂ ਫਰੋਜ਼ ਹੋਣ ਲੱਗ ਗਈ, ਕਈ ਕਈ ਮਹੀਨਿਆਂ ਤੋਂ ਸੈਲਰੀ ਮਿਲਣ ਲੱਗ ਗਈ। ਤਾਂ ਇੱਕ ਤਾਂ ਇਹ ਕਾਰਨ ਬਣ ਗਿਆ ਬੱਚਿਓ। ਹਾਂਜੀ, ਇੱਕ ਮੌਕੇ ਦੀ ਸਰਕਾਰ ਨੇ, ਉਸ ਸਮੇਂ ਦੀ ਸੈਂਟਰ ਸਰਕਾਰ ਨੇ ਜੁਡੀਸ਼ਰੀ ਦੇ ਨਾਲ ਜਿਹੜਾ ਆਪਾਂ ਪਿੱਛੇ ਪੜ੍ਹ ਕੇ ਆਏਂਗੇ ਉਹਦੇ ਨਾਲ ਕੁਝ ਵਿਵਾਦ ਛੇੜ ਲਏ। ਹਾਂਜੀ, ਇੱਕ ਕੇਸ਼ਵ ਨੰਦ ਭਾਰਤੀ ਕੇਸ ਆ ਗਿਆ, ਉਹਨੇ ਜਿਹੜੇ ਇੱਕ ਥੋੜ੍ਹਾ ਜਿਹਾ ਹੋਰ ਦੱਸਦਾ ਮੈਂ, 1973 ਵਾਲੇ ਕੇਸ, ਕੇਸ਼ਵ ਨੰਦ ਭਾਰਤੀ ਕੇਸ ਦੀ ਇੱਕ ਹੋਰ ਇਹ ਖਾਸੀਅਤ ਹੈ ਕਿ ਪਹਿਲਾਂ ਨਾ ਇੱਕ ਆਪਣੇ ਕੌਂਸਟੀਟਿਊਸ਼ਨ ਦੇ ਵਿੱਚ ਅਨੁਸੂਚੀ ਬਣਾਈ ਸੀਗੀ, ਸ਼ਡਿਊਲ ਬਣਾਇਆ ਸੀ 9ਵਾਂ। ਉਹ 9ਵੇਂ ਸ਼ਡਿਊਲ ਦੇ ਵਿੱਚ ਨਾ ਜਿਹੜੇ ਲੈਂਡ ਰਿਫੋਰਮ ਵਾਲੇ ਸੀਗੇ, ਜਿੰਨੇ ਵੀ ਅਮੈਂਡਮੈਂਟ ਸੀਗੀਆਂ ਲੈਂਡ ਰਿਫੋਰਮ ਨਾਲ ਰਿਲੇਟਡ, ਉਹ ਉਹਦੇ 'ਚ ਰੱਖੀਆਂ ਗਈਆਂ ਸੀ। ਅਤੇ ਜਿਹੜਾ ਸ਼ਡਿਊਲ 9 ਸੀਗਾ, ਇਹ ਬੋਲਿਆ ਗਿਆ ਸੀ ਵੀ ਉਹਦੇ 'ਚ ਕੋਈ ਵੀ ਉਹਦੇ ਵਿੱਚ ਰੱਖੀ ਗਈ ਚੀਜ਼ ਨੂੰ ਕੱਢਿਆ ਨਹੀਂ ਜਾ ਸਕਦਾ, ਉਹਦੇ ਵਿੱਚ ਰੱਖੀ ਕੋਈ ਚੀਜ਼ ਦੇ ਵਿੱਚ ਸੋਧ ਨਹੀਂ ਕੀਤੀ ਜਾ ਸਕਦੀ। ਸੁਪਰੀਮ ਕੋਰਟ ਵੀ ਉਹਨੂੰ ਹਿਲਾ ਨਹੀਂ ਸਕਦੀ। ਜਿਹੜੀ ਚੀਜ਼ ਸ਼ਡਿਊਲ 9 ਦੇ ਵਿੱਚ ਰੱਖਤੀ, ਉਹਨੂੰ ਸੋਧਿਆ ਨਹੀਂ ਜਾ ਸਕਦਾ, ਇਹ ਬੋਲਿਆ ਗਿਆ ਸੀ। ਪਰ ਜਦੋਂ 1973 'ਚ ਕੇਸ਼ਵ ਨੰਦ ਭਾਰਤੀ ਕੇਸ ਆਇਆ, ਉਹਦੇ ਵਿੱਚ ਇਹ ਵੀ ਕਿਹਾ ਗਿਆ, ਇੱਕ ਤਾਂ ਬੇਸਿਕ ਫੀਚਰ ਦਾ ਪ੍ਰਿੰਸੀਪਲ ਆ ਗਿਆ ਨਵਾਂ, ਵੀ ਹਰ ਇੱਕ ਅਮੈਂਡਮੈਂਟ ਨੂੰ, ਹਰ ਇੱਕ ਕਾਨੂੰਨ ਨੂੰ ਸੋਧਿਆ ਜਾ ਸਕਦਾ ਗਾ, ਪਰ ਸ਼ਰਤ ਇਹ ਹੈ ਉਹ ਸੰਵਿਧਾਨ ਦੇ ਬੇਸਿਕ ਫੀਚਰ ਦੇ ਖਿਲਾਫ ਨਾ ਜਾਂਦਾ ਹੋਵੇ। ਜੇ ਉਹ ਸੰਵਿਧਾਨ ਦੇ ਬੇਸਿਕ ਫੀਚਰ ਦੇ ਖਿਲਾਫ ਜਾਂਦਾ ਗਾ ਤਾਂ ਉਹਨੂੰ ਨਲ ਐਂਡ ਵੋਇਡ ਸਮਝਿਆ ਜਾਊਗਾ, ਕੋਈ ਵੀ ਅਮੈਂਡਮੈਂਟ ਹੋਵੇ, ਕੋਈ ਵੀ ਕਾਨੂੰਨ ਹੋਵੇ ਪਾਰਲੀਮੈਂਟ ਦੁਆਰਾ ਬਣਾਇਆ ਹੋਇਆ। ਇੱਕ ਤਾਂ ਇਹ ਹੋ ਗਿਆ। ਦੂਜਾ ਇਹ ਵੀ ਕਿਹਾ ਗਿਆ ਜਿਹੜਾ ਸ਼ਡਿਊਲ 9 ਹੈ ਉਹਦੇ ਵਿੱਚ ਰੱਖੇ ਗਏ ਲੈਂਡ ਰਿਫੋਰਮ ਵਾਲੇ ਕੇਸ ਜਾਂ ਹੋਰ ਵੀ ਕੋਈ ਕੇਸ ਰੱਖਿਆ ਗਾ ਜੇ ਸ਼ਡਿਊਲ 9 ਦੇ ਵਿੱਚ, ਉਹਨੂੰ ਵੀ ਸੋਧਿਆ ਜਾ ਸਕਦਾ ਗਾ, ਇਹ ਵੀ ਬੋਲਿਆ ਗਿਆ ਕੇਸ਼ਵ ਨੰਦ ਭਾਰਤੀ ਵਾਲੇ ਕੇਸ ਦੇ ਵਿੱਚ। ਠੀਕ ਹੈ ਜੀ। ਤਾਂ ਇਹਦੇ ਨਾਲ ਕੀ ਹੋ ਗਿਆ, ਪਾਰਲੀਮੈਂਟ 'ਤੇ ਥੋੜ੍ਹਾ ਜਿਹਾ ਕੰਟਰੋਲ ਆ ਗਿਆ ਕਿ ਪਾਰਲੀਮੈਂਟ ਹੁਣ ਕਿਸੇ ਵੀ ਕਾਨੂੰਨ ਨੂੰ ਬਚਾਉਣ ਵਾਸਤੇ ਸ਼ਡਿਊਲ 9 ਦੇ ਵਿੱਚ ਰੱਖ ਨਹੀਂ ਸਕਦੀ ਹੈਗੀ। ਠੀਕ ਹੈ ਵੀ, ਇਹ ਚੀਜ਼ ਹੈਗੀ ਕਿਉਂਕਿ ਆਪਣੀ ਸੰਵਿਧਾਨ ਦੀ ਜਿਹੜੀ ਰੱਖਿਅਕ ਹੈ, ਸੰਵਿਧਾਨ ਦੀ ਜਿਹੜੀ ਲਾਸਟ ਇੰਟਰਪ੍ਰੇਟਰ ਹੈ, ਉਹ ਆਪਣੀ ਸੁਪਰੀਮ ਕੋਰਟ ਹੈਗੀ। ਹਾਂਜੀ, ਇੱਕ ਇਹ ਵੀ ਕਾਰਨ ਹੋ ਗਿਆ ਵੀ 73 ਦੇ ਵਿੱਚ ਜਿਹੜਾ ਕੇਸ਼ਵ ਨੰਦ ਭਾਰਤੀ ਕੇਸ ਆਇਆ। ਇੱਕ ਕੇਸ ਵੀ 1974 ਦੇ ਵਿੱਚ ਨਾ ਨੇਸ਼ਨ ਵਾਈਡ ਸਟਰਾਈਕ ਹੋਊਗੀ ਵੀ, ਬਹੁਤ ਵੱਡੀ ਸਟਰਾਈਕ ਹੋਊ। ਵੈਸੇ ਇਹ ਇੱਕ ਬਹੁਤ ਵੱਡੇ ਲੀਡਰ ਸੀ ਆਪਣੇ ਫਰਨਾਂਡੇਜ਼, ਉਹਨਾਂ ਨੇ ਇਹਨੂੰ ਲੀਡ ਕੀਤਾ ਸੀਗਾ ਅਤੇ ਬਾਅਦ ਦੇ ਵਿੱਚ ਇਹ ਦੂਜੀਆਂ ਪਾਰਟੀਆਂ ਨੇ ਵੀ ਇਹਨੂੰ ਸਪੋਰਟ ਦਿੱਤੀ ਅਤੇ ਨੇਸ਼ਨ ਵਾਈਡ ਬਹੁਤ ਵੱਡੀ ਸਟਰਾਈਕ ਰੇਲਵੇ ਦੀ ਹੋਊਗੀ, ਜਿਹੜੀ 20 ਦਿਨ ਦੇ ਕਰੀਬ ਚੱਲੇਗੀ। ਦੇਖੋ, ਜੇ ਰੇਲ ਖੜ੍ਹ ਜਾਊਗੀ, ਦੇਖੋ ਕਿੱਡਾ ਵੱਡਾ ਨੁਕਸਾਨ ਹੋਊਗਾ ਦੇਸ਼ ਦਾ। ਸਾਰੀ ਢੋਆ ਢਵਾਈ, ਮਾਲ ਦੀ ਢੋਆ ਢਵਾਈ, ਪੈਸੇਂਜਰ ਦੀ ਢੋਆ ਢਵਾਈ ਰੁਕ ਗਈ ਵੀ, ਆਪਣਾ ਦੇਸ਼ ਖੜ੍ਹਨ ਵਾਲਾ ਕੰਮ ਹੋਗਾ ਜੇ ਰੇਲ ਰੁਕ ਜੇ। ਤਾਂ 1974 ਦੇ ਵਿੱਚ ਬਹੁਤ ਵੱਡੀ ਰੇਲਵੇ ਸਟਰਾਈਕ ਹੋਈ ਸੀਗੀ ਵੀ। ਹਾਂਜੀ, ਇਹ ਵੀ ਇੱਕ ਕਾਰਨ ਹੋ ਗਿਆ। ਅਤੇ ਫਿਰ ਰੇਲਵੇ ਕਰਮਚਾਰੀਆਂ ਨਾਲ ਬਹੁਤ ਭੈੜਾ ਸਲੂਕ ਕੀਤਾ ਗਿਆ ਸੀਗਾ। ਵੈਸੇ ਰੇਲਵੇ ਕਰਮਚਾਰੀਆਂ ਦੀਆਂ ਜਿਹੜੀਆਂ ਦਿੱਕਤਾਂ ਸੀ ਉਹ ਸਿੰਪਲ ਹੀ ਸੀਗੀਆਂ ਵੀ, ਸਿੰਪਲ ਹੀ ਮੰਗਾਂ ਸੀ ਉਹਨਾਂ ਦੀਆਂ ਵੀ, ਸਾਡੀ ਜਿਹੜੀ ਪ੍ਰਮੋਸ਼ਨ ਨਹੀਂ ਹੋ ਰਹੀ, ਸਾਨੂੰ ਸਮੇਂ 'ਤੇ ਸੈਲਰੀ ਨਹੀਂ ਮਿਲ ਰਹੀ, ਸਾਨੂੰ ਟਾਈਮ ਸ਼ਡਿਊਲ ਸਾਡਾ ਸਹੀ ਨਹੀਂ ਹੈਗਾ, ਇੱਕ ਡਰਾਈਵਰ ਨੂੰ 24-24 ਘੰਟੇ ਕੰਮ ਕਰਨਾ ਪੈਂਦਾ, ਸਮੇਂ 'ਤੇ ਸਾਨੂੰ ਛੁੱਟੀ ਨਹੀਂ ਮਿਲਦੀ। ਇਹੋ ਜਿਹੀਆਂ ਸਮੱਸਿਆਵਾਂ ਵੀ ਸੀਗੀਆਂ, ਬੇਸਿਕ ਸਮੱਸਿਆਵਾਂ ਸੀ। ਬੇਸਿਕ ਸਮੱਸਿਆ ਨੂੰ ਲੈ ਕੇ ਹੀ ਉਹ ਵੱਡੀ ਹੜਤਾਲ 'ਤੇ ਗਏ ਸੀਗੇ ਅਤੇ ਬਾਅਦ ਦੇ ਵਿੱਚ ਉਹਨਾਂ ਦੇ ਇਸ਼ੂ ਨੂੰ ਸੁਲਝਾਏ ਬਿਨਾਂ ਹੀ ਸਰਕਾਰ ਨੇ ਜ਼ਬਰਦਸਤੀ ਉਹਨਾਂ ਨੂੰ ਕੰਮ 'ਤੇ ਲਿਆਂਦਾ ਸੀਗਾ ਅਤੇ 20 ਦਿਨਾਂ ਬਾਅਦ ਉਹਨਾਂ ਨੂੰ ਹੜਤਾਲ ਤੋੜਨੀ ਪਈ ਅਤੇ ਉਹਨਾਂ ਦੀ ਕੋਈ ਵੀ ਡਿਮਾਂਡ ਮੰਨੀ ਨਹੀਂ ਗਈ ਸੀਗੀ। ਇਹ ਵੀ ਇੱਕ ਕਾਰਨ ਹੋ ਗਿਆ ਬੱਚਿਓ। ਹਾਂਜੀ, ਇੰਨੇ ਨੂੰ ਆਹ ਜਿਹੜਾ ਜਸਟਿਨ ਏ ਐਨ ਰੋਏ ਵਾਲੀ ਅਪੋਇੰਟਮੈਂਟ ਹੋ ਗਈ, ਇਹ ਵੀ ਇੱਕ ਕਾਰਨ ਹੋ ਗਿਆ ਵੀ ਜੁਡੀਸ਼ਰੀ ਜਿਹੜੀ ਆਪਣੀ ਆ ਉਹ ਖਤਰੇ ਦੇ ਵਿੱਚ ਹੈ, ਲੋਕਤੰਤਰ ਖਤਰੇ ਦੇ ਵਿੱਚ ਹੈ। ਐਂਟੀ ਪਾਰਟੀ ਬਹੁਤ ਵੱਡੇ ਵੱਡੇ ਪ੍ਰਦਰਸ਼ਨ ਕਰਨ ਲੱਗ ਗਈਆਂ, ਦਿੱਲੀ ਆ ਗਈਆਂ, ਪਹਿਲਾਂ ਹੀ ਕੁਝ ਮੂਵਮੈਂਟ ਚੱਲੀ ਜਾਂਦੀਆਂ ਗੁਜਰਾਤ ਅਤੇ ਬਿਹਾਰ ਦੇ ਵਿੱਚ। ਇਸ ਤੋਂ ਬਾਅਦ ਇੱਕ ਬਹੁਤ ਵੱਡਾ ਕੇਸ ਆਊਗਾ ਹੁਣ, ਜਿਹਦੇ ਕਰਕੇ ਐਮਰਜੈਂਸੀ ਲੱਗੂਗੀ ਹੁਣ। ਉਹ ਕੇਸ ਕੀ ਸੀਗਾ, ਦੇਖੋ ਜਿਹੜੀ ਇੰਦਰਾ ਗਾਂਧੀ ਸੀ ਆਪਣੀ ਪ੍ਰਾਈਮ ਮਿਨਿਸਟਰ ਸੀ, ਉਹ ਯੂਪੀ ਤੋਂ ਸ਼ਾਇਦ ਰਾਏਬਰੇਲੀ ਤੋਂ ਉਹ MP ਚੁਣੇ ਜਾਂਦੇ ਹੁੰਦੇ ਸੀਗੇ। ਉਹਨੇ ਰਾਏਬਰੇਲੀ ਤੋਂ ਚੋਣ ਲੜੀ ਸੀ 1971 ਦੇ ਇਲੈਕਸ਼ਨ ਦੇ ਵਿੱਚ। ਉੱਥੇ ਉਹਨਾਂ ਦੇ ਖਿਲਾਫ ਖੜ੍ਹਾ ਹੋਇਆ ਸੀਗਾ ਰਾਜ ਨਾਰਾਇਣ, ਇੱਕ ਨੇਤਾ ਸੀ ਰਾਜ ਨਾਰਾਇਣ। ਰਾਜ ਨਾਰਾਇਣ ਦੀ ਹਾਰ ਹੋ ਗਈ, ਇੰਦਰਾ ਗਾਂਧੀ ਦੀ ਬਹੁਤ ਵੱਡੀ ਜਿੱਤ ਹੋਈ। ਉਸ ਤੋਂ ਬਾਅਦ ਰਾਜ ਨਾਰਾਇਣ ਨੇ ਇਲਾਹਾਬਾਦ ਹਾਈ ਕੋਰਟ ਦੇ ਵਿੱਚ ਉਹਨਾਂ ਦੇ ਖਿਲਾਫ ਕੇਸ ਕਰਤਾ ਸੀਗਾ ਕਿ ਇੰਦਰਾ ਗਾਂਧੀ ਨੇ ਆਪਣੀ ਇਲੈਕਸ਼ਨ ਕੰਪੇਨ ਦੇ ਵਿੱਚ ਗੌਰਮੈਂਟ ਮਸ਼ੀਨਰੀ ਨੂੰ ਯੂਜ਼ ਕੀਤਾ ਗਾ, ਗੌਰਮੈਂਟ ਇੰਪਲੋਇਜ਼ ਨੂੰ ਯੂਜ਼ ਕੀਤਾ ਗਾ ਉਹਦੇ ਇਲੈਕਸ਼ਨ ਕੰਪੇਨ ਦੇ ਵਿੱਚ, ਚੋਣ ਪ੍ਰਚਾਰ ਦੇ ਵਿੱਚ। ਇਹ ਦੋਸ਼ ਸੀਗਾ ਵੀ ਇਹਦਾ ਫੈਸਲਾ ਆਊਗਾ ਵੀ 12 ਜੂਨ 1975 'ਚ। ਜਦੋਂ 12 ਜੂਨ 1975 ਨੂੰ ਇਹਦਾ ਫੈਸਲਾ ਆਊਗਾ, ਉਹ ਫੈਸਲਾ ਰਾਜ ਨਾਰਾਇਣ ਦੇ ਹੱਕ 'ਚ ਆਊਗਾ ਅਤੇ ਇੰਦਰਾ ਗਾਂਧੀ ਦੇ ਖਿਲਾਫ ਆਊਗਾ। ਉਹਦੇ 'ਚ ਬੋਲਿਆ ਜਾਊਗਾ ਵੀ ਹਾਂ, ਇਹ ਇੰਦਰਾ ਗਾਂਧੀ ਇਲੈਕਸ਼ਨ ਦੇ ਵਿੱਚ ਕੰਪੇਨ ਦੇ ਵਿੱਚ ਗੌਰਮੈਂਟ ਮਸ਼ੀਨਰੀ ਨੂੰ ਯੂਜ਼ ਕੀਤਾ ਗਿਆ, ਇਸ ਕਰਕੇ ਉਹਨਾਂ ਦਾ ਜਿਹੜਾ ਇਲੈਕਸ਼ਨ ਆ ਉਹ ਇਨਵੈਲਿਡ ਹੈਗਾ। ਠੀਕ ਹੈ ਜੀ। ਇਹਦੇ ਨਾਲ ਇਹਨੇ ਇੰਦਰਾ ਗਾਂਧੀ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਵੱਧ ਜਾਂਦੀਆਂ ਨੇ। ਜਿਹੜੀ ਇਲਾਹਾਬਾਦ ਹਾਈ ਕੋਰਟ ਆ ਉਹ ਇਹ ਕਹਿੰਦੀ ਹੈ ਕਿ ਉਹਨਾਂ ਦੇ ਜਿਹੜਾ ਜਿਹੜੇ ਉਹ MP ਬਣੇ ਨੇਗੇ, ਉਹਨੂੰ ਕੀ ਕੀਤਾ ਜਾਂਦਾ ਗਾ, ਇਨਵੈਲਿਡ ਘੋਸ਼ਿਤ ਕੀਤਾ ਜਾਂਦਾ ਗਾ ਅਤੇ ਉਹਨਾਂ ਨੂੰ ਜਾਂ ਤਾਂ ਦੁਬਾਰਾ ਚੋਣ ਲੜਨੀ ਚਾਹੀਦੀ ਹੈ ਅਤੇ ਜਾਂ ਉਹ
ਵੀ ਕੁਝ ਜਾਂ ਤਾਂ ਰਾਜ ਸਭਾ ਦੇ ਮੈਂਬਰ ਬਣ ਜਾਣ ਜਾਂ ਲੋਕ ਸਭਾ ਦੇ ਦੁਬਾਰੇ ਮੈਂਬਰ ਬਣ ਜਾਣ, ਜੇ ਉਹਨਾਂ ਨੇ ਪ੍ਰਾਈਮ ਮਿਨਿਸਟਰ ਬਣੇ ਰਹਿਣਾ ਗਾ। ਤਾਂ ਇਸ ਤੋਂ ਬਾਅਦ ਇਹ ਜਿਹੜਾ ਕੇਸ ਹੈ ਸੁਪਰੀਮ ਕੋਰਟ ਚਲਾ ਜਾਊਗਾ। ਸੁਪਰੀਮ ਕੋਰਟ ਇਹਨਾਂ ਨੂੰ ਸਟੇਅ ਦਿੱਤੀ ਸੀ, ਪਾਰਸ਼ੀਅਲ ਸਟੇਅ, ਅਤੇ ਉਹਨਾਂ ਨੂੰ ਕਿਹਾ ਸੀਗਾ ਕਿ ਤੁਸੀਂ ਪ੍ਰਾਈਮ ਮਿਨਿਸਟਰ ਬਣੇ ਰਹਿ ਸਕਦੇ ਹੋ, ਪਰ ਤੁਸੀਂ ਲੋਕ ਸਭਾ ਨੂੰ ਪ੍ਰੋਸੀਡ ਨਹੀਂ ਕਰ ਸਕਦੇ। ਠੀਕ ਹੈ ਜੀ। ਤਾਂ ਇਸ ਤੋਂ ਬਾਅਦ ਵੀ ਜਿਹੜੀਆਂ ਸਾਰੀਆਂ ਪਾਰਟੀਆਂ ਨੇ, ਉਹ ਸਾਰੀਆਂ ਦੇ ਸਾਰੀਆਂ ਪਾਰਟੀਆਂ, ਐਂਟੀ ਪਾਰਟੀਆਂ ਦਿੱਲੀ ਆ ਕੇ ਧਰਨਾ ਮਾਰ ਲੈਂਦੀਆਂ ਨੇ, ਅਤੇ ਦਿੱਲੀ ਆ ਕੇ ਗੌਰਮੈਂਟ ਇੰਪਲੋਇਜ਼ ਨੂੰ ਵੀ ਉਹ ਬੋਲਣਾ ਸ਼ੁਰੂ ਕਰ ਦਿੰਦੇ ਆ, ਇੰਦਰਾ ਗਾਂਧੀ ਦੇ ਅਸਤੀਫੇ ਦੀ ਮੰਗ ਕਰਨ ਲੱਗ ਜਾਂਦੇ ਆ। ਗੌਰਮੈਂਟ ਇੰਪਲੋਏ ਨੂੰ, ਜਿਵੇਂ ਫੌਜ ਦੇ ਵੱਡੇ ਅਫਸਰਾਂ ਨੂੰ, ਪੁਲਿਸ ਦੇ ਵੱਡੇ ਅਫਸਰਾਂ ਨੂੰ, ਉਹ ਵੀ ਆਪਣੇ ਸਿਵਲ ਸਰਵੈਂਟਸ ਨੂੰ ਕਹਿਣ ਲੱਗ ਜਾਂਦੇ ਆ ਕਿ ਇਹ ਜਿਹੜੀ ਸਰਕਾਰ ਹੈਗੀ ਉਹ ਇਮੋਰਲ ਹੈ, ਇਹ ਨੋਨ ਕੋਂਸਟੀਟਿਊਸ਼ਨਲ ਗੌਰਮੈਂਟ ਹੈਗੀ, ਅਤੇ ਇਸ ਕਰਕੇ ਇਹਨਾਂ ਦਾ ਔਡਰ ਮੰਨਣਾ ਤੁਹਾਡੇ ਲਈ ਲਾਜ਼ਮੀ ਨਹੀਂ ਹੈਗਾ। ਤੁਸੀਂ ਇਹਨਾਂ ਦੇ ਔਡਰ ਦੀ ਪਾਲਣਾ ਨਾ ਕਰੋ, ਅਤੇ ਤੁਸੀਂ ਸਰਕਾਰ ਦਾ ਵਿਰੋਧ ਕਰੋ, ਅਤੇ ਆਪਾਂ ਨਵੀਂ ਸਰਕਾਰ ਚੁਣਨੀ ਹੈਗੀ। ਅਤੇ ਇੰਦਰਾ ਗਾਂਧੀ ਜਿਹੜੀ ਅਸਤੀਫਾ ਦੇਵੇ। ਤਾਂ ਇੰਦਰਾ ਗਾਂਧੀ ਦੀਆਂ ਜਿੱਦਾਂ ਦਿਨ ਪ੍ਰਤੀ ਦਿਨ ਵੱਧ ਰਹੀਆਂ ਸੀਗੀਆਂ। ਤਾਂ ਫਿਰ 24 ਜੂਨ ਨੂੰ ਰਾਤ ਨੂੰ ਇੰਦਰਾ ਗਾਂਧੀ ਆਰਟੀਕਲ 352 ਨੂੰ ਯੂਜ਼ ਕਰਕੇ ਨੈਸ਼ਨਲ ਐਮਰਜੈਂਸੀ ਦੀ ਘੋਸ਼ਣਾ ਕਰੂਗੀ। ਠੀਕ ਹੈ ਜੀ। ਵੈਸੇ ਬੱਚਿਓ ਦੇਖੋ, ਜਿਹੜੀ ਐਮਰਜੈਂਸੀ ਆਪਾਂ ਜਰਮਨੀ ਤੋਂ ਲਈ ਸੀ, ਇਹ ਕੌਨਸਟੀਟਿਊਸ਼ਨ ਦੇ 18ਵੇਂ ਭਾਗ ਦੇ ਵਿੱਚ ਹੈ, ਅਤੇ ਉੱਥੇ ਮੇਨਲੀ 3 ਆਰਟੀਕਲ ਹੈਗੇ। ਇੱਕ ਆਰਟੀਕਲ 352 ਨੈਸ਼ਨਲ ਐਮਰਜੈਂਸੀ ਲੱਗਦੀ ਉਹਦੇ ਤਹਿਤ, ਇੱਕ ਆਰਟੀਕਲ 356 ਹੈ, ਉਹਦੇ ਤਹਿਤ ਜਿਹੜੀ ਸਟੇਟ ਐਮਰਜੈਂਸੀ ਲੱਗਦੀ ਹੁੰਦੀ ਹੈ, ਇੱਕ ਆਰਟੀਕਲ 360 ਹੈ, ਉਹਦੇ ਤਹਿਤ ਜਿਹੜੀ ਉਹ ਫਾਈਨੈਂਸ਼ੀਅਲ ਐਮਰਜੈਂਸੀ ਲੱਗਦੀ ਹੁੰਦੀ ਹੈਗੀ। ਤਾਂ ਨੈਸ਼ਨਲ ਐਮਰਜੈਂਸੀ ਹੈ ਜਿਹੜੀ, ਉਹ ਵੈਸੇ 4 ਆਧਾਰ 'ਤੇ ਲੱਗਦੀ ਸੀ ਪਹਿਲਾਂ, ਹੁਣ 3 ਆਧਾਰ 'ਤੇ ਲੱਗਦੀ ਹੈਗੀ। 4 ਆਧਾਰ ਕਿਹੜੇ ਕਿਹੜੇ ਸੀ? ਇੱਕ ਸੀ ਇੰਟਰਨਲ ਡਿਸਟਰਬੈਂਸ, ਇੱਕ ਸੀ ਇੰਟਰਨਲ ਰਿਵੈਲੀਅਨ, ਆਰਮਡ ਰਿਵੈਲੀਅਨ, ਇੱਕ ਸੀਗਾ ਵੌਰ, ਇੱਕ ਸੀਗਾ ਐਕਸਟਰਨਲ ਅਗਰੈਸ਼ਨ, ਬਾਹਰੀ ਹਮਲਾ। ਇੰਦਰਾ ਗਾਂਧੀ ਨੇ 1975 ਦੇ ਵਿੱਚ ਇੰਟਰਨਲ ਡਿਸਟਰਬੈਂਸ ਨੂੰ ਆਧਾਰ ਬਣਾ ਕੇ ਐਮਰਜੈਂਸੀ ਦੀ ਘੋਸ਼ਣਾ ਕੀਤੀ ਸੀਗੀ। ਠੀਕ ਹੈ ਜੀ। ਤਾਂ 25 ਜੂਨ ਨੂੰ ਸਵੇਰ ਤੋਂ ਹੀ ਜਿਹੜੇ ਲੀਡਰ ਉੱਥੇ ਉਹਨਾਂ ਨੂੰ ਅਸਤੀਫੇ ਦੀ ਮੰਗ ਕਰ ਰਹੇ ਸੀਗੇ, ਬਹੁਤ ਵੱਡੇ ਪ੍ਰੋਟੈਸਟ ਕਰ ਰਹੇ ਸੀ, ਉਹਨਾਂ ਨੂੰ ਅਰੈਸਟ ਕਰ ਲਿਆ ਜਾਂਦਾ ਗਾ। 25 ਜੂਨ ਨੂੰ ਸਵੇਰੇ ਹੀ ਜਿਹੜੀ ਐਮਰਜੈਂਸੀ ਦੀ ਘੋਸ਼ਣਾ ਹੋ ਜਾਂਦੀ ਹੈ, ਵੱਡੇ ਵੱਡੇ ਅਖਬਾਰਾਂ ਦੀ ਜਿਹੜੀ ਬਿਜਲੀ ਕੱਟ ਦਿੱਤੀ ਜਾਂਦੀ ਹੈਗੀ। ਅਤੇ ਜਦੋਂ ਬੱਚੇ ਐਮਰਜੈਂਸੀ ਲੱਗਦੀ ਨਾ, ਨੈਸ਼ਨਲ ਐਮਰਜੈਂਸੀ ਲੱਗ ਜਾਂਦੀ ਆ, ਉਦੋਂ ਸਾਰੀਆਂ ਸਟੇਟ ਦੀਆਂ ਗੌਰਮੈਂਟਾਂ ਭੰਗ ਹੋ ਜਾਂਦੀਆਂ ਨੇ। ਦੇਸ਼ ਦੇ ਵਿੱਚ ਇੱਕ ਯੂਨਿਟਰੀ ਫਾਰਮ ਆਫ ਗੌਰਮੈਂਟ ਬਣ ਜਾਂਦੀ ਹੈਗੀ। ਤਾਂ ਜਿਹੜੇ ਸਟੇਟਾਂ ਦੀ ਸਰਕਾਰਾਂ ਨੂੰ ਵਿਸ਼ੇ ਮਿਲੇ ਹੋਏ ਆ, ਉਹ ਵੀ ਖਤਮ ਹੋ ਜਾਂਦੇ। ਉਹ ਵੀ ਕਿਹਨੂੰ ਟਰਾਂਸਫਰ ਹੋ ਜਾਂਦੇ ਹੈਗੇ? ਉਹ ਵੀ ਸੈਂਟਰ ਨੂੰ ਟਰਾਂਸਫਰ ਹੋ ਜਾਂਦੇ ਆ। ਸੈਂਟਰ ਕੋਲ 100 ਵਿਸ਼ੇ ਹੁੰਦੇ ਹੈਗੇ, ਅਤੇ ਸਟੇਟ ਗੌਰਮੈਂਟ ਕੋਲ ਸਟੇਟ ਲਿਸਟ ਦੇ ਵਿੱਚ ਆਪਣੇ 61 ਵਿਸ਼ੇ ਹੈਗੇ, ਅਤੇ ਕਨਕਰੰਟ ਲਿਸਟ ਵਿੱਚ 52 ਵਿਸ਼ੇ ਹੈਗੇ। ਉਹ ਵੀ ਕਿਹਨੂੰ ਸ਼ਿਫਟ ਹੋ ਜਾਂਦੇ ਹੈਗੇ? ਸੈਂਟਰ ਗੌਰਮੈਂਟ ਨੂੰ। ਤਾਂ ਐਂ ਸਮਝ ਲਓ ਵੀ ਦੇਸ਼ ਦੇ ਵਿੱਚ ਇੱਕ ਇਹਦੀ ਸਰਕਾਰ ਬਣ ਜਾਂਦੀ ਹੈ, ਇਕਲੌਤੀ ਕੇਂਦਰ ਦੀ ਸਰਕਾਰ, ਯੂਨਿਟਰੀ ਗੌਰਮੈਂਟ ਬਣ ਜਾਂਦੀ ਹੈ। ਹਾਂਜੀ, ਫੈਡਰਲ ਗੌਰਮੈਂਟ ਦੀ ਥਾਂ 'ਤੇ ਯੂਨਿਟਰੀ ਟਾਈਪ ਆਫ ਗੌਰਮੈਂਟ ਬਣ ਜਾਂਦੀ ਹੈ। ਅਤੇ ਇਹਦਾ ਬਹੁਤ ਵੱਡਾ ਪ੍ਰਭਾਵ ਹੋਰ ਇਹ ਪੈਂਦਾ ਗਾ ਕਿ ਆਪਣੇ ਜਿਹੜੇ ਫੰਡਾਮੈਂਟਲ ਰਾਈਟ ਆ ਉਹ ਖਤਮ ਹੋ ਜਾਂਦੇ ਆ। ਫੰਡਾਮੈਂਟਲ ਰਾਈਟ ਸਾਰੇ ਨਹੀਂ ਖਤਮ ਹੋ ਜਾਂਦੇ। ਜਿਹੜਾ ਆਪਣਾ ਆਰਟੀਕਲ 19 ਆ ਉਹ ਖਤਮ ਹੁੰਦਾ ਸਾਰਿਆਂ ਨਾਲੋਂ ਪਹਿਲਾਂ। ਆਰਟੀਕਲ 19 'ਚ ਆਪਾਂ ਨੂੰ 6 ਆਜ਼ਾਦੀਆਂ ਮਿਲੀਆਂ ਹੋਈਆਂ ਨੇਗੀਆਂ, ਜਿਵੇਂ ਆਪਾਂ ਨੂੰ ਰਾਈਟ ਟੂ ਸਪੀਚ, ਬੋਲਣ ਦਾ ਅਧਿਕਾਰ, ਜਿਵੇਂ ਕਿ ਸਭਾ ਕਰਨ ਦਾ ਅਧਿਕਾਰ, ਘੁੰਮਣ ਫਿਰਨ ਦਾ ਅਧਿਕਾਰ, ਕਿਤੇ ਵੀ ਨਿਵਾਸ ਕਰਨ ਦਾ ਅਧਿਕਾਰ, ਕੰਮ ਕਰਨ ਦਾ ਅਧਿਕਾਰ। ਇਹ ਜਿਹੜੇ ਅਧਿਕਾਰ ਹੈ, ਇਹ 6 ਫੰਡਾਮੈਂਟਲ ਰਾਈਟ ਹੈ ਜਿਹੜੇ ਆਪਣੇ ਆਰਟੀਕਲ 19 'ਚ ਮਿਲੇ ਹੋਏ ਹੈਗੇ, ਇਹ ਖਤਮ ਹੋ ਜਾਂਦੇ ਹੈਗੇ। ਠੀਕ ਹੈ ਜੀ। ਹਾਂਜੀ ਬੱਚਿਓ, ਇਹ ਸੀਗੀ ਐਮਰਜੈਂਸੀ। ਤਾਂ ਮੈਂ ਆਪਾਂ ਇਹਨੂੰ ਪੜ੍ਹ ਦਿੰਦੇ ਹਾਂ। ਇਹ ਤੋਂ ਬਾਅਦ ਇਹਦੇ ਕੁਝ ਇਫੈਕਟ ਹੋਣਗੇ। ਇਸ ਤੋਂ ਬਾਅਦ ਇੰਡੀਆ ਦੇ ਵਿੱਚ ਐਮਰਜੈਂਸੀ ਦਾ ਲਾਭ ਲੈਂਦੇ ਹੋਏ ਕੁਝ ਇਹੋ ਜਿਹੀਆਂ ਹੋਰ ਸਮੱਸਿਆਵਾਂ ਹੋਣਗੀਆਂ, ਜਿਹੜੀਆਂ ਕਿ ਤੁਹਾਡੀ ਕਿਤਾਬ 'ਚ ਲਿਖੀਆਂ ਹੋਈਆਂ, ਉਹ ਵੀ ਆਪਾਂ ਪੜ੍ਹਾਂਗੇ। ਤਾਂ ਮੈਨੂੰ ਉਮੀਦ ਆ ਬੱਚਿਓ ਤੁਹਾਨੂੰ ਇਹ ਸਾਰਾ ਸਮਝ ਲੱਗ ਗਿਆ ਹੋਊਗਾ। ਬਹੁਤ ਆਸਾਨ ਹੈਗਾ, ਵੀ ਬਹੁਤ ਇੰਟਰਸਟਿੰਗ ਹੈਗਾ। ਇੱਕ ਵਾਰ ਜਿਹੜਾ ਉਹਦੇ 'ਚ ਲਿਖਿਆ ਹੋਇਆ ਹੈਗਾ ਵੀ ਕਿਵੇਂ ਕਿਵੇਂ ਐਮਰਜੈਂਸੀ ਘੋਸ਼ਣਾ ਕਰੀ ਸੀ, ਮੈਂ ਸਾਰਾ ਦੱਸ ਵੀ ਦਿੱਤਾ। ਉਹ ਪੁਆਇੰਟ 'ਚ ਲਿਖੇ ਹੋਏ ਆ, ਉਹ ਆਪਾਂ ਪੜ੍ਹ ਲੈਂਦੇ ਹੈਗੇ। ਹਾਂਜੀ। ਡਿਕਲੇਰੇਸ਼ਨ ਆਫ ਦਾ ਐਮਰਜੈਂਸੀ। ਔਨ 12 ਜੂਨ 1975, ਜਸਟਿਸ ਜਗਮੋਹਨ ਲਾਲ ਸਿਨਹਾ ਆਫ ਦਾ ਇਲਾਹਾਬਾਦ ਹਾਈ ਕੋਰਟ ਪਾਸਡ ਏ ਜੱਜਮੈਂਟ ਡਿਕਲੇਅਰਿੰਗ ਇੰਦਰਾ ਗਾਂਧੀ ਇਲੈਕਸ਼ਨ ਟੂ ਦਾ ਲੋਕ ਸਭਾ ਇਨਵੈਲਿਡ। ਠੀਕ ਹੈ ਜੀ। ਮੈਂ ਤੁਹਾਨੂੰ ਪਹਿਲਾਂ ਹੀ ਦੱਸ ਚੁੱਕਿਆ ਵੀ 12 ਜੂਨ 1975 ਨੂੰ ਨਾ ਜਸਟਿਸ ਜਗਮੋਹਨ ਲਾਲ ਸਿਨਹਾ ਨੇ, ਜਿਹੜੇ ਇਲਾਹਾਬਾਦ ਹਾਈ ਕੋਰਟ ਦੇ ਜੱਜ ਸੀਗੇ, ਉਹਨਾਂ ਨੇ ਇੱਕ ਜੱਜਮੈਂਟ ਪਾਸ ਕੀਤੀ। ਉਹਨਾਂ ਨੇ ਡਿਕਲੇਅਰ ਕੀਤਾ ਕਿ ਇੰਦਰਾ ਗਾਂਧੀ ਜਿਹੜਾ ਇਲੈਕਸ਼ਨ ਸੀਗਾ ਲੋਕ ਸਭਾ ਦਾ, ਉਹ ਇਨਵੈਲਿਡ ਸੀਗਾ। ਇਹ ਸੋਸ਼ਲਿਸਟ ਲੀਡਰ ਰਾਜ ਨਾਰਾਇਣ filed a petition against Indira Gandhi that had used the services of the government servant in her election campaign। ਜਿਹੜੇ ਸੋਸ਼ਲ ਲੀਡਰ ਸੀ ਰਾਜ ਨਾਰਾਇਣ, ਉਹਨਾਂ ਨੇ ਇੰਦਰਾ ਗਾਂਧੀ ਦੇ ਖਿਲਾਫ ਇੱਕ ਪਟੀਸ਼ਨ ਦਾਇਰ ਕੀਤੀ ਸੀ। ਉਹਦੇ ਵਿੱਚ ਇਹ ਬੋਲਿਆ ਗਿਆ ਸੀਗਾ ਕਿ ਇੰਦਰਾ ਗਾਂਧੀ ਨੇ ਆਪਦੀ ਇਲੈਕਸ਼ਨ ਕੰਪੇਨ ਦੇ ਵਿੱਚ ਗੌਰਮੈਂਟ ਇੰਪਲੋਇਜ਼ ਨੂੰ ਯੂਜ਼ ਕੀਤਾ ਗਾ। ਇਟ ਮੀਨਡ ਦੈਟ ਲੀਗਲੀ ਦਾ ਵਾਜ਼ ਨੋ ਮੋਰ ਐਨ MP ਐਂਡ ਦੇਅਰਫੋਰ could not remain the prime minister unless she was once again elected as an MP within 6 months, High Court ordered her। ਤਾਂ ਇਸ ਤੋਂ ਬਾਅਦ ਵੀ ਇਹਦਾ ਮਤਲਬ ਇਹ ਹੋਇਆ ਕਿ ਜਿਹੜੇ ਇੰਦਰਾ ਗਾਂਧੀ ਆ, ਉਹ MP ਨਹੀਂ ਰਹਿ ਸਕਦੇ ਲੀਗਲੀ, ਕਾਨੂੰਨੀ ਤੌਰ 'ਤੇ। ਇਸ ਕਰਕੇ ਉਹਨਾਂ ਨੂੰ ਜੇ ਪ੍ਰਾਈਮ ਮਿਨਿਸਟਰ ਬਣੇ ਰਹਿਣਾ ਗਾ, ਤਾਂ 6 ਮਹੀਨਿਆਂ ਦੇ ਅੰਦਰ ਅੰਦਰ ਉਹ ਇੱਕ ਹਾਊਸ ਦੇ ਮੈਂਬਰ ਬਣ ਜਾਣ, ਦੁਬਾਰਾ MP ਬਣ ਜਾਣ ਉਹ। ਇਹ ਹਾਈ ਕੋਰਟ ਨੇ ਆਰਡਰ ਦਿੱਤਾ ਸੀ ਇੰਦਰਾ ਗਾਂਧੀ ਨੂੰ।
On June 24, the Supreme Court granted her a partial stay on the High Court order. She could remain an MP but could not take part in the proceeding of the Lok Sabha. 24 ਜੂਨ ਨੂੰ ਸੁਪਰੀਮ ਕੋਰਟ ਨੇ ਇੱਕ ਪਾਰਸ਼ਲੀ ਸਟੇ ਗ੍ਰਾਂਟ ਕਰਤੀ ਸੀਗੀ ਇੰਦਰਾ ਗਾਂਧੀ ਨੂੰ ਹਾਈ ਕੋਰਟ ਦੇ ਆਰਡਰ ਦੇ ਖਿਲਾਫ, ਤੇ ਉਹਨਾਂ ਨੇ ਕਿਹਾ ਸੀਗਾ ਕਿ ਉਹ ਐਮਪੀ ਤਾਂ ਬਣੇ ਰਹਿ ਸਕਦੇ ਆ ਪਰ ਉਹ ਲੋਕ ਸਭਾ ਦੀ ਪ੍ਰੋਸੀਡਿੰਗ 'ਚ ਭਾਗ ਨਹੀਂ ਲੈ ਸਕਦੇ। ਹਾਂਜੀ, ਅੱਗੇ ਹੈ ਵੀ ਕ੍ਰਾਈਸਿਸ ਐਂਡ ਰਿਸਪੌਂਸ। ਇਹਦਾ ਰਿਸਪੌਂਸ ਕੀ ਹੋਊਗਾ? ਜੈ ਪ੍ਰਕਾਸ਼ ਨਾਰਾਇਣ ਪਾਸਡ ਫਾਰ ਪ੍ਰੈਸਡ ਫਾਰ ਇੰਦਰਾ ਗਾਂਧੀ ਰਿਜ਼ਿਗਨੇਸ਼ਨ। ਤਾਂ JP ਨਾਰਾਇਣ ਜਿਹੜੇ ਬਹੁਤ ਵੱਡੇ ਨੇਤਾ ਸੀ ਉਸ ਸਮੇਂ, ਉਹਨਾਂ ਨੇ ਪ੍ਰੈਸ਼ਰ ਪਾਉਣਾ ਸ਼ੁਰੂ ਕੀਤਾ ਇੰਦਰਾ ਗਾਂਧੀ 'ਤੇ ਕਿ ਉਹ ਆਪਦਾ ਰੈਜੀਗਨੇਸ਼ਨ ਦੇਣ। ਔਨ 25 ਜੂਨ 1975 a massive demonstrator in Delhi Ramlila grounds announced a nationwide satyagraha for her resignation and asked the army, the police and government employees not to obey illegal and immoral orders। ਤਾਂ 25 ਜੂਨ 1975 ਨੂੰ ਬਹੁਤ ਹੀ ਵੱਡਾ ਇਕੱਠ ਕੀਤਾ ਗਿਆ ਰਾਮਲੀਲਾ ਮੈਦਾਨ ਦੇ ਵਿੱਚ, ਅਤੇ ਇਹ ਅਨਾਊਂਸ ਕੀਤਾ ਨੇਸ਼ਨਵਾਈਡ ਸੱਤਿਆਗ੍ਰਹਿ ਚਲਾਉਣ ਦਾ ਉਹਨਾਂ ਨੇ ਅਨਾਊਂਸ ਵੀ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਰੈਜੀਗਨੇਸ਼ਨ ਮੰਗਣ ਦੀ ਵੀ ਕੋਸ਼ਿਸ਼ ਕੀਤੀ। ਇਸ ਤੋਂ ਇਲਾਵਾ ਉਹਨਾਂ ਨੇ ਆਰਮੀ ਪਰਸਨ ਨੂੰ, ਪੁਲਿਸ ਪਰਸਨ ਨੂੰ ਅਤੇ ਗੌਰਮੈਂਟ ਇੰਪਲੋਈ ਨੂੰ ਇਹ ਕਿਹਾ ਕਿ ਉਹਨਾਂ ਨੂੰ ਇਮੋਰਲ ਆਰਡਰ ਅਤੇ ਜਿਹੜੇ ਗੈਰ ਕਾਨੂੰਨੀ ਆਰਡਰ ਹੈਗੇ ਉਹਨਾਂ ਨੂੰ ਮੰਨਣਾ ਨਹੀਂ ਚਾਹੀਦਾ, ਉਹਨਾਂ ਦੀ ਪਾਲਣਾ ਨਹੀਂ ਕਰਨੀ ਚਾਹੀਦੀ। ਇਹ ਵੀ ਅਪੀਲ ਕੀਤੀ ਉਹਨਾਂ ਨੇ। ਹਾਂਜੀ, ਸਿਚੁਏਸ਼ਨ ਇਜ਼ ਬੀਇੰਗ ਟੂ ਸਟੋਪ ਦਾ ਵਰਕ। ਸਿਚੁਏਸ਼ਨ ਇਹ ਬਣ ਗਈ ਕਿ ਕੰਮ ਰੋਕਣ ਦਾ ਜਿਹੜਾ ਸਿਚੁਏਸ਼ਨ ਬਣ ਗਈ, ਹਾਲਾਤ ਇਹ ਬਣ ਗਏ ਕਿ ਸਾਰੇ ਗੌਰਮੈਂਟ ਇੰਪਲੋਈ ਕੰਮ ਰੋਕ ਸਕਦੇ ਆ ਕਦੋਂ ਵੀ। ਹਾਂਜੀ, ਔਨ 25 ਜੂਨ 1975 ਦਾ ਗੌਰਮੈਂਟ ਡਿਕਲੇਅਰਡ ਏ ਸਟੇਟ ਐਮਰਜੈਂਸੀ ਡਿਊ ਟੂ ਦਾ ਇੰਟਰਨਲ ਡਿਸਟਰਬੈਂਸ ਬਾਏ ਦਾ ਆਰਟੀਕਲ 349। ਇੱਥੇ ਨਾ ਬੱਚਿਓ ਸਟੇਟ ਨਹੀਂ, ਇੱਥੇ ਨੈਸ਼ਨਲ ਐਮਰਜੈਂਸੀ ਆਊਗਾ, ਇੱਥੇ ਨੈਸ਼ਨਲ ਵਰਡ ਆਊਗਾ। ਹਾਂਜੀ, ਆਰਟੀਕਲ 352 ਨੂੰ ਯੂਜ਼ ਕਰਦੇ ਹੋਏ 25 ਜੂਨ ਨੂੰ ਹੀ ਇੰਦਰਾ ਗਾਂਧੀ ਨੇ ਕੀ ਕਰਤੀ, ਨੈਸ਼ਨਲ ਐਮਰਜੈਂਸੀ ਦੀ ਘੋਸ਼ਣਾ ਕਰਤੀ। ਉਸ ਸਮੇਂ ਆਪਣੇ ਜਿਹੜੇ ਰਾਸ਼ਟਰਪਤੀ ਸੀ ਉਹ ਫਖਰੂਦੀਨ ਅਲੀ ਅਹਿਮਦ ਸੀਗੇ ਵੀ। ਜਿਹੜੀ ਇਹ ਘੋਸ਼ਣਾ ਕਰ ਦਿੰਦਾ ਇਹ ਰਾਸ਼ਟਰਪਤੀ ਕਰ ਦਿੰਦਾ ਗਾ, ਅਤੇ ਇਹ PM ਦੀ ਸਲਾਹ 'ਤੇ ਜਾਂ ਕਹਿ ਲਓ ਵੀ COM ਜਿਹਨੂੰ ਹੈੱਡ PM ਕਰਦੇ ਆ ਉਹਦੀ ਸਲਾਹ 'ਤੇ ਕਰਦਾ ਗਾ। ਗੌਰਮੈਂਟ ਹੈਜ਼ ਦਾ ਪਾਵਰ ਟੂ ਡਿਕਲੇਅਰ ਦਾ ਐਮਰਜੈਂਸੀ। ਗੌਰਮੈਂਟ ਕੋਲ ਪਾਵਰ ਹੁੰਦੀ ਹੈਗੀ ਐਮਰਜੈਂਸੀ ਨੂੰ ਡਿਕਲੇਅਰ ਕਰਨ ਦੀ, ਅਤੇ ਡਿਕਲੇਅਰ ਕਰਦਾ ਕੌਣ ਹੁੰਦਾ ਗਾ? ਪ੍ਰੈਜ਼ੀਡੈਂਟ ਕਰਦਾ ਹੁੰਦਾ ਗਾ। ਹਾਂਜੀ, ਵੰਸ ਦਾ ਐਮਰਜੈਂਸੀ ਇਜ਼ ਪ੍ਰੋਕਲੇਮਡ ਆਲ ਪਾਵਰਸ ਆਰ ਕੰਸੈਂਟਰਡ ਇਨ ਦਾ ਹੈਂਡਸ ਆਫ ਦਾ ਯੂਨੀਅਨ ਗੌਰਮੈਂਟ। ਜਦੋਂ ਇੱਕ ਵਾਰ ਵੀ ਐਮਰਜੈਂਸੀ ਦੀ ਘੋਸ਼ਣਾ ਹੋ ਜਾਂਦੀ ਹੈ, ਸਾਰੀਆਂ ਸ਼ਕਤੀਆਂ ਜਿਹੜੀਆਂ ਉਹ ਕਿਹਦੇ ਹੱਥ 'ਚ ਆ ਜਾਂਦੀਆਂ ਨੇ? ਯੂਨੀਅਨ ਗੌਰਮੈਂਟ ਦੇ ਹੱਥ 'ਚ ਆ ਜਾਂਦੀਆਂ। ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਕਿ ਜਦੋਂ ਨਾ ਨੈਸ਼ਨਲ ਐਮਰਜੈਂਸੀ ਘੋਸ਼ਿਤ ਹੋ ਜਾਂਦੀ ਹੈ ਤਾਂ ਉਹਦੇ ਨਾਲ ਜਿਹੜੀਆਂ ਸਟੇਟ ਗੌਰਮੈਂਟ ਦੀਆਂ ਪਾਵਰਾਂ ਹੁੰਦੀਆਂ ਉਹ ਵੀ ਕਿਹਨੂੰ ਸ਼ਿਫਟ ਹੋ ਜਾਂਦੀਆਂ ਨੇ? ਸੈਂਟਰ ਸਰਕਾਰ ਨੂੰ। ਜਿਵੇਂ ਆਪਣੇ 3 ਲਿਸਟਾਂ ਨੇ ਬੱਚੋਂ, ਮੈਂ ਥੋੜ੍ਹਾ ਸਮਝਾਉਣਾ ਗਾ। 3 ਲਿਸਟਾਂ ਨੇ ਆਪਣੇ ਵਿਸ਼ਿਆਂ ਦੀਆਂ। ਜਿਹੜਾ ਇਹ ਸ਼ਡਿਊਲ 7 ਹੁੰਦਾ ਨਾ ਉਹਦੇ 'ਚ ਲਿਸਟਾਂ ਹੁੰਦੀਆਂ ਨੇਗੀਆਂ, ਵਿਸ਼ੇ ਹੁੰਦੇ ਹੈਗੇ। ਜਿਹੜੀ ਯੂਨੀਅਨ ਲਿਸਟ ਹੁੰਦੀ ਹੈ ਉਹ 'ਚ ਕੇਂਦਰ ਸਰਕਾਰ ਕਾਨੂੰਨ ਬਣਾਉਂਦੀ ਹੈ, ਉਹਦੇ 'ਚ 100 ਵਿਸ਼ੇ ਹੈਗੇ। ਇੱਕ ਹੁੰਦੀ ਹੈ ਸਟੇਟ ਲਿਸਟ 'ਚ 61 ਵਿਸ਼ੇ ਹੈ ਇਸ ਸਮੇਂ। ਇੱਕ ਹੁੰਦੀ ਹੈ ਕਨਕਰੰਟ ਲਿਸਟ 'ਚ 52 ਵਿਸ਼ੇ ਹੈ ਇਸ ਸਮੇਂ। ਜੇ ਆਪਣੀ ਨੈਸ਼ਨਲ ਐਮਰਜੈਂਸੀ ਲੱਗ ਜੇ ਤਾਂ ਕਨਕਰੰਟ ਲਿਸਟ ਵਾਲੇ 52 ਵਿਸ਼ੇ ਆ ਜਿਹੜੇ, ਇਹਦੇ 'ਤੇ ਦੋਨੇ ਕਾਨੂੰਨ ਬਣਾ ਸਕਦੇ ਨੇ, ਇਹ ਵੀ ਕੇਂਦਰ ਨੂੰ ਚਲੇ ਜਾਂਦੇ ਹੈਗੇ, ਕੇਂਦਰ ਕਾਨੂੰਨ ਬਣਾਊਗਾ ਇਹਦੇ 'ਤੇ। ਜਿਹੜੇ ਸਟੇਟ ਲਿਸਟ ਵਾਲੇ ਹੁੰਦੇ ਇਹ 'ਚ 61 ਵਿਸ਼ੇ ਹੁੰਦੇ, ਇਹ 'ਚ ਸਟੇਟ ਗੌਰਮੈਂਟ ਜਿਹੜੀ ਕਾਨੂੰਨ ਬਣਾ ਸਕਦੀ ਹੁੰਦੀ ਹੈ, ਇਹ ਵੀ ਕੇਂਦਰ ਕੋਲ ਚਲੇ ਜਾਂਦੇ ਆ, ਅਤੇ ਯੂਨੀਅਨ ਲਿਸਟ ਤਾਂ ਕੇਂਦਰ ਕੋਲ ਹੈਗੀ ਹੈ ਪਹਿਲਾਂ ਹੀ। ਠੀਕ ਹੈ ਜੀ, ਇਹ ਬਹੁਤ ਵੱਡਾ ਪ੍ਰਭਾਵ ਹੈ। ਤਾਂ ਇਹ ਕਹਿ ਸਕਦੇ ਹਾਂ ਵੀ ਜਿਹੜੀ ਫੈਡਰਲ ਸਟਰਕਚਰ ਆਫ ਗੌਰਮੈਂਟ ਹੈ ਉਹ ਯੂਨਿਟਰੀ ਗੌਰਮੈਂਟ ਬਣ ਜਾਂਦੀ ਹੈ, ਇਕਹਿਰੀ ਸਰਕਾਰ ਬਣ ਜਾਂਦੀ ਹੈ। ਜਿਹੜੀ ਸੰਵਿਧਾਨਕ ਸਰਕਾਰ ਇਕਹਿਰੀ ਰੂਪ ਦੇ ਵਿੱਚ ਆ ਜਾਂਦੀ ਹੈ। ਹਾਂਜੀ, ਸਾਰੀਆਂ ਸ਼ਕਤੀਆਂ ਕੇਂਦਰ ਕੋਲ ਆ ਜਾਂਦੀਆਂ ਨੇ। ਅੱਗੇ ਵੀ ਦਾ ਗੌਰਮੈਂਟ ਆਲਸੋ ਰਿਡਿਊਜ਼ ਆਲ ਔਰ ਐਨੀ ਆਫ ਦਾ ਫੰਡਾਮੈਂਟਲ ਰਾਈਟਸ ਡਿਊਰਿੰਗ ਦਾ ਐਮਰਜੈਂਸੀ। ਤਾਂ ਸਰਕਾਰ ਦੀ ਮਰਜ਼ੀ ਹੁੰਦੀ ਹੈ ਵੀ ਉਹ ਸਾਰੇ ਫੰਡਾਮੈਂਟਲ ਰਾਈਟ ਵੀ ਖਤਮ ਕਰ ਸਕਦੀ ਹੈ ਜਾਂ ਕੁਝ ਫੰਡਾਮੈਂਟਲ ਰਾਈਟ ਖਤਮ ਕਰ ਸਕਦੀ ਹੈ। ਪਰ ਇਹਦਾ ਬਹੁਤ ਵੱਡਾ ਪ੍ਰਭਾਵ ਇਹ ਪੈਂਦਾ ਵੀ ਜਿਹੜਾ ਆਰਟੀਕਲ 19 ਹੁੰਦਾ ਉਹ ਆਪਣਾ ਖਤਮ ਹੋ ਜਾਂਦਾ ਵੀ ਆਪਣੇ ਆਪ ਹੀ, ਜਦੋਂ ਆਰਟੀਕਲ 352 ਇੰਪੋਜ਼ ਹੋ ਗਿਆ। ਔਨ ਦਾ ਰਾਈਟ ਆਫ ਦਾ 25 ਜੂਨ ਨਾਈਟ ਹੈ ਵੀ ਆਹ, ਔਨ ਦਾ ਨਾਈਟ ਆਫ 25 ਜੂਨ 1975 ਦਾ ਪ੍ਰੈਜ਼ੀਡੈਂਟ ਫਖਰੂਦੀਨ ਅਲੀ ਅਹਿਮਦ ਡਿਕਲੇਅਰਡ ਐਮਰਜੈਂਸੀ ਇਨ ਇੰਡੀਆ। ਤਾਂ ਆਪਣੇ ਜਿਹੜੇ ਰਾਸ਼ਟਰਪਤੀ ਸੀ ਫਖਰੂਦੀਨ ਅਲੀ ਅਹਿਮਦ, ਉਹਨਾਂ ਨੇ ਜਿਹੜੀ 24 ਜੂਨ ਆਊਗਾ ਵੈਸੇ ਇੱਥੇ, 24 ਜੂਨ 1975 ਨੂੰ ਕੀ ਹੈਗੀ ਐਮਰਜੈਂਸੀ ਦੀ ਘੋਸ਼ਣਾ ਕਰਤੀ ਸੀਗੀ ਜੀ। ਹਾਂਜੀ, ਦਾ ਇਲੈਕਟ੍ਰੀਸਿਟੀ ਟੂ ਆਲ ਦਾ ਮੇਜਰ ਨਿਊਜ਼ ਪੇਪਰ ਆਫਿਸ ਹੈਜ਼ ਡਿਸਕਨੈਕਟਡ। ਜਿਹੜੇ ਮੇਜਰ ਨਿਊਜ਼ ਪੇਪਰ ਸੀ ਉਹਨਾਂ ਦੀ ਬਿਜਲੀ ਕੱਟ ਦਿੱਤੀ ਗਈ, ਅਤੇ ਨਿਊਜ਼ ਪੇਪਰ 'ਤੇ ਵੀ ਕੀ ਕਰ ਦਿੱਤਾ ਗਿਆ? ਸੈਂਸਰਸ਼ਿਪ ਲਾਤੀ ਸੀਗੀ ਵੀ। ਇਨ ਦਾ ਅਰਲੀ ਮੋਰਨਿੰਗ ਏ ਲਾਰਜ ਨੰਬਰ ਆਫ ਲੀਡਰਸ ਐਂਡ ਵਰਕਰਸ ਆਫ ਦਾ ਓਪੋਜੀਸ਼ਨ ਪਾਰਟੀ ਵਰ ਅਰੈਸਟਡ। ਅਗਲੇ ਸਵੇਰ ਜਿਹੜੇ ਵੱਡੇ ਓਪੋਜੀਸ਼ਨ ਲੀਡਰ ਸੀਗੇ ਉਹਨਾਂ ਨੂੰ ਅਰੈਸਟ ਕਰ ਲਿਆ ਗਿਆ। ਦ ਕੈਬਨਿਟ ਵਾਜ਼ ਇਨਫੋਰਮਡ ਅਬਾਊਟ ਇਟ ਐਟ ਏ ਸਪੈਸ਼ਲ ਮੀਟਿੰਗ ਐਟ 6 AM ਔਨ 26 ਜੂਨ। ਅਤੇ 26 ਜੂਨ ਨੂੰ ਸਵੇਰੇ 6 ਵਜੇ ਇੱਕ ਸਪੈਸ਼ਲ ਮੀਟਿੰਗ ਰੱਖੀ ਗਈ ਕੈਬਨਿਟ ਮੰਤਰੀਆਂ ਦੀ। ਠੀਕ ਹੈ ਜੀ, ਇਹ ਸੀਗੀ ਵੀ ਐਮਰਜੈਂਸੀ। ਅਸੀਂ ਐਮਰਜੈਂਸੀ ਦੇ ਦੌਰਾਨ ਹੋਰ ਵੀ ਬਹੁਤ ਕੁਛ ਹੋਇਆ ਵੀ। ਐਮਰਜੈਂਸੀ ਦੌਰਾਨ ਕਿਹੜੀਆਂ ਕਿਹੜੀਆਂ ਘਟਨਾਵਾਂ ਹੋਈਆਂ ਇਹ ਵੀ ਆਪਾਂ ਪੜ੍ਹਾਂਗੇ। ਕੀ ਐਮਰਜੈਂਸੀ ਜ਼ਰੂਰੀ ਸੀਗੀ ਇਹ ਵੀ ਆਪਾਂ ਪੜ੍ਹਾਂਗੇ। ਇਸ ਤੋਂ ਇਲਾਵਾ ਐਮਰਜੈਂਸੀ ਤੋਂ ਬਾਅਦ 1977 'ਚ ਚੋਣਾਂ ਹੋਣਗੀਆਂ ਤਾਂ ਕਾਂਗਰਸ ਪਾਰਟੀ ਹਾਰ ਜੂਗੀ ਅਤੇ ਜਨਤਾ ਪਾਰਟੀ ਸਰਕਾਰ ਆਊਗੀ, ਪਹਿਲੀ ਗੈਰ ਕਾਂਗਰਸਵਾਦੀ ਸਰਕਾਰ ਆਊਗੀ, ਇਹ ਵੀ ਆਪਾਂ ਪੜ੍ਹਾਂਗੇ।
ਬਟ ਉਹ ਵੀ ਜਿਹੜੀ ਉਹ ਸਰਕਾਰ ਫੇਲ ਹੋ ਜੂਗੀ, ਇਸ ਤੋਂ ਬਾਅਦ ਇੰਦਰਾ ਗਾਂਧੀ ਵਾਪਸ ਆਊਗੀ, ਉਹ ਵੀ ਆਪਾਂ ਪੜ੍ਹਾਂਗੇ। ਉਹ ਤੁਹਾਡਾ ਸਾਰਾ ਕਿਤਾਬ 'ਤੇ ਹੈ। ਇੱਕ ਵੀਡੀਓ ਆਪਾਂ ਬੱਚੇ ਇਹਦੇ ਹੋਰ ਲੈ ਕੇ ਆਵਾਂਗੇ ਅਤੇ ਇਹਦੇ ਨਾਲ ਆਪਣਾ ਚੈਪਟਰ ਕੰਪਲੀਟ ਹੋ ਜੂਗਾ। ਹਾਂਜੀ, ਇੱਕ ਬੱਚਿਓ ਆਪਾਂ ਬਸ ਇੰਨਾ ਹੀ ਕਰਾਂਗੇ। ਇੱਕ ਦੇਖੋ ਮੈਂ ਇਹਦੇ ਨਾਲ ਨਾ ਤੁਹਾਨੂੰ ਬਹੁਤ ਸਾਰੀ ਜਾਣਕਾਰੀ ਦਿੰਦਾ ਗਾ, ਜਿਹੜੀ ਕਿ ਤੁਹਾਡੇ ਜੋ ਨੌਲੇਜ 'ਚ ਵਾਧਾ ਕਰਦੀਆਂ ਨੇ ਜਿਹੜੀਆਂ ਗੱਲਾਂ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਵੀ ਆਪਣੇ 3 ਔਰਗਨ ਹੁੰਦੇ ਆ ਸਰਕਾਰ ਦੇ, ਇਸ ਤਰ੍ਹਾਂ ਸਰਕਾਰ ਚੱਲਦੀ ਹੈ, ਜੁਡੀਸ਼ਰੀ ਜਿਹੜੀ ਉਹ ਇੰਡੀਪੈਂਡੈਂਟ ਹੋਣੀ ਚਾਹੀਦੀ ਹੈ। ਇਹ ਗੱਲਾਂ ਤੁਹਾਡੇ ਕੰਮ ਆਉਣ ਵਾਲੀਆਂ ਗੱਲਾਂ ਨੇ, ਇਹਨੂੰ ਧਿਆਨ ਨਾਲ ਦੇਖਿਆ ਕਰੋ। ਇਸ ਤੋਂ ਇਲਾਵਾ ਮੈਂ ਤੁਹਾਨੂੰ ਆਰਟੀਕਲ ਦੱਸਤੇ ਵੀ ਆਰਟੀਕਲ 352 ਤਹਿਤ ਐਂ ਹੁੰਦਾ, 56 ਤਹਿਤ ਐਂ ਹੁੰਦਾ, 60 ਤਹਿਤ ਇਹ ਹੁੰਦਾ, ਇਹਨੂੰ ਵੀ ਸਮਝਿਆ ਕਰੋ। ਇੱਕ ਤੁਹਾਨੂੰ ਵਿਸ਼ੇ ਦੱਸਤੇ ਵੀ ਆਹ ਜਿਹੜੀ ਵਿਸ਼ੇ ਕੇਂਦਰ ਨੂੰ ਸਥਾਨਾਂਤਰਨ ਹੋ ਜਾਂਦੇ ਆ, ਟਰਾਂਸਫਰ ਹੋ ਜਾਂਦੇ ਆ, ਇਹਨਾਂ ਨੂੰ ਵੀ ਸਮਝਿਆ ਕਰੋ। ਇਹਨਾਂ ਦੀ ਵੀ ਤੁਹਾਨੂੰ ਬਹੁਤ ਲੋੜ ਹੈਗੀ, ਇਹ ਜਾਣਕਾਰੀ ਵੀ ਹੋਣੀ ਚਾਹੀਦੀ ਹੈ ਤੁਹਾਨੂੰ, ਫਿਰ ਹੀ ਇਹ ਚੀਜ਼ਾਂ ਸਮਝ ਆਉਂਦੀਆਂ ਨੇਗੀਆਂ। ਠੀਕ ਹੈ ਬੱਚਿਓ, ਇੱਕ ਮੇਰੀ ਬੇਨਤੀ ਹੈ ਕਿ ਤੁਸੀਂ ਵੀਡੀਓ ਨੂੰ ਪੂਰਾ ਦੇਖਿਆ ਕਰੋ ਅਤੇ ਜੇ ਕੋਈ ਸਮੱਸਿਆ ਹੁੰਦੀ ਹੈ ਉਹ ਕਮੈਂਟ ਦੇ ਵਿੱਚ ਦੱਸਿਆ ਕਰੋ। ਓਕੇ ਜੀ, ਥੈਂਕ ਯੂ ਵੈਰੀ ਮੱਚ।